ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵੀ ਗ੍ਰਹਿ ਵਿਭਾਗ ਕੇਂਦਰ ਦੇ ਅੰਡਰ ਚੱਲਦਾ। ਬਿਲਕੁਲ ਕੇਂਦਰ ਦੇ ਅੰਡਰ ਚੱਲ ਰਿਹਾ। ਪੰਜਾਬ ਦੇ ਵਿੱਚ ਜਿਹੜੀਆਂ ਵੀ ਚੰਗੀਆਂ ਜਾਂ ਮਾੜੀਆਂ ਘਟਨਾਵਾਂ ਹੁੰਦੀਆਂ ਨੇ, ਇਹ ਕੀ ਇਸ਼ਾਰਾ ਕੀ ਕਰ ਰਹੀਆਂ ਨੇ ਇਹ ਘਟਨਾਵਾਂ? ਬਾਹਰੋਂ ਨਮਾਜ਼ਾਂ ਪੜ੍ਹਦੇ ਰਹੇ, ਕੌਨਸਟੀਟਿਊਸ਼ਨ ਹੈ, ਇੱਕ ਸੁਪਰੀਮ ਕੋਰਟ ਹੈ, ਫਲਾਨਾ ਹੈ, ਧਮਕਾ। ਹੁਣ ਅਸੀਂ ਦੇਖ ਰਹੇ ਹਾਂ ਕਿ ਹਰ ਚੀਜ਼ ਕੱਚ ਦੀਆਂ ਵੰਗਾਂ ਵਾਂਗੂ ਟੁੱਟ ਰਹੀ ਹੈ। ਤਾਂ ਇਹਨਾਂ ਦਾ ਸ਼ੁਰੂ ਤੋਂ ਹੀ ਇਹ ਮਕਸਦ ਸੀ ਕਿ ਅਸੀਂ ਮਨੂ ਸਮ੍ਰਿਤੀ ਜਾਂ ਮਾਨਵ ਧਰਮ ਸ਼ਾਸਤਰ ਜੋ ਉਸਨੇ ਲਿਖਿਆ ਸੀ ਉਹ ਲਾਗੂ ਕਰਨਾ ਹੈ। ਔਰ ਉਸ ਨੂੰ ਲਾਗੂ ਕਰਨ ਵਾਸਤੇ ਅਸੀਂ ਕੀ ਕਰਨਾ? ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਮੁਸਲਮਾਨਾਂ ਨੂੰ ਬਾਹਰ ਕੱਢਿਆ ਔਰ ਸਾਰੀ ਇਹਨਾਂ ਦੀ ਕਰਾਮਾਤ ਸੀ। ਤੇ ਇਹਨਾਂ ਨੇ ਇਹ ਸੋਚਿਆ ਕਿ ਮੁਸਲਮਾਨਾਂ ਨੂੰ ਅਲੱਗ ਦੇਸ਼ ਦੇ ਕੇ ਬਾਹਰ ਕੱਢ ਦਿਓ। ਇਹ ਸਾਰੀ ਇਹਨਾਂ ਦੀ ਆਪਣੀ ਕਾਰਸਤਾਨੀ ਸੀ। ਨਹਿਰੂ, ਪਟੇਲ ਔਰ ਇਹਨਾਂ ਲੋਕਾਂ ਦੀ ਆਪਦੀ, ਗਾਂਧੀ ਦੇ ਸਮੇਤ ਇਹਨਾਂ ਲੋਕਾਂ ਨੇ ਫੈਸਲਾ ਕੀਤਾ ਸੀ ਵੀ ਅਸੀਂ ਮੁਸਲਮਾਨ ਨੂੰ ਅੰਦਰ ਨਹੀਂ, ਹਿੰਦੁਸਤਾਨ ਦੇ ਵਿੱਚ ਨਹੀਂ ਰੱਖਣਾ। ਦਲਿਤ ਅੱਜ ਕੱਲ੍ਹ ਕਹਿੰਦੇ ਆਪਾਂ, ਦਲਿਤ ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਗੁਲਾਮ ਰੱਖਿਆ 10,000 ਸਾਲ ਤੋਂ, 5,000 ਸਾਲ ਤੋਂ ਉਹਨਾਂ ਨੂੰ ਗੁਲਾਮ ਹੀ ਰੱਖਾਂਗੇ। ਪਰ ਇਹਨਾਂ ਦੇ ਮਨਾਂ ਦੇ ਵਿੱਚ ਫਿਰਕਾ ਪ੍ਰਸਤੀ ਇੰਨੀ ਵਸੀ ਹੋਈ ਸੀ, ਇਹਨਾਂ ਨੇ ਕਿਹਾ ਅਸੀਂ ਬਣ ਨਹੀਂ ਦੇਣਾ ਪੰਜਾਬੀ ਸੂਬਾ। ਅੰਬੇਡਕਰ ਆਪਣੀ ਸੀਟ ਤੋਂ ਉੱਠਿਆ, ਉਹਦੇ ਉੱਤੇ ਮੇਜ਼ ਦੇ ਉੱਤੇ ਕੌਨਸਟੀਟਿਊਸ਼ਨ ਦਾ ਉਹ ਪਿਆ ਸੀ, ਕਿਤਾਬ ਪਈ ਸੀ। ਉਹ ਕਿਤਾਬ ਉਹਨੇ ਚੁੱਕ ਕੇ ਨਾ ਖਿੜਕੀ ਦੇ ਵਿੱਚੋਂ ਮਾਰੀ ਚਲਾ ਕੇ ਕਿ ਜਿਹੜੀ ਇਹ ਤੁਹਾਡਾ ਆਈਨ ਹੈ, ਜਿਹੜੀ ਕੌਨਸਟੀਟਿਊਸ਼ਨ ਹੈ, ਇਹ ਇੱਕ ਰੱਦੀ ਪੇਪਰ ਬਣ ਚੁੱਕੀ ਹੈ। ਕਿ ਜਿਸ ਵੇਲੇ ਤਾਂ ਕਾਂਗਰਸ ਸੀ ਉਹ ਬੁਰਕਾ ਪਾ ਕੇ ਫਿਰਕਾ ਪ੍ਰਸਤੀ ਕਰਦੀ ਸੀ, ਹੁਣ ਜਿਹੜਾ ਹੈਗਾ ਇਹ ਹੁਣ ਇਹਨਾਂ ਨੇ ਬੁਰਕਾ ਲਾਤਾ। ਹਾਂ, ਇਹ ਸ਼ਰੇਆਮ ਹੋ ਗਿਆ। ਕੋਈ ਘੱਟ ਗਿਣਤੀ ਕੌਮਾਂ ਆਉਣਗੀਆਂ ਜਿਨ੍ਹਾਂ ਦੇ ਵਿੱਚ ਥੋੜ੍ਹੀ ਬਹੁਤ ਜਾਨ ਹੈ, ਉਹਨਾਂ ਨੂੰ ਖਤਮ ਕਰਨਾ। ਹਿੰਦੁਸਤਾਨ ਨੂੰ ਕਹਿੰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਹੁਣ ਇਹਦਾ ਕੀ ਬਣਾਉਣਗੇ? ਇਹ ਤਾਂ ਜਿੱਥੇ 80% ਤੁਹਾਡੀ ਮੈਜੋਰਿਟੀ ਹੈ ਉਹ ਤਾਂ ਬਣਿਆ ਹੋਇਆ ਹਿੰਦੂ ਰਾਸ਼ਟਰ। ਸਿੱਖ ਚਿਹਰਿਆਂ ਨੂੰ ਹੀ ਅੱਗੇ ਰੱਖ ਕੇ ਭਾਜਪਾ ਪੰਜਾਬ ਦੇ ਵਿੱਚ ਸਿਆਸਤ ਕਰਨ ਜਾ ਰਹੀ ਹੈ। ਇਹ ਕਿਹੜਾ ਪੈਂਤੜਾ ਹੈ? ਇਹ ਤਾਂ ਇਹਨਾਂ ਦੇ ਸਿਆਸੀ ਲੋਕ ਆਣਗੇ। ਆਪਾਂ ਇਹਨਾਂ ਨੂੰ ਹਿੰਦੂ ਨਹੀਂ ਕਹਿ ਸਕਦੇ, ਸਿੱਖ ਨਹੀਂ ਕਹਿ ਸਕਦੇ। ਪੱਗਾਂ ਬੰਨੀਆਂ ਹੁਣ ਤਾਂ ਸਿੱਖ ਨਹੀਂ ਕੋਈ ਬਣ ਜਾਂਦਾ। ਹੁਣ ਆਪਾਂ ਜਾਣਦੇ ਹਾਂ ਆਪਾਂ ਕਿੰਨੇ ਕੁ ਸਿੱਖ ਹਾਂ। ਜਿਨ੍ਹਾਂ ਤੋਂ ਇਨਸਾਫ ਦੀ ਅਸੀਂ ਉਮੀਦ ਕਰਨੀ ਹੁੰਦੀ, ਜਾਂ ਜਿਹੜੇ ਨੀਤੀ ਘਾੜੇ ਹੁੰਦੇ ਆ, ਜਦੋਂ ਉਹਨਾਂ ਦੀ ਹੀ ਇਸ ਵੇਲੇ ਕਿਉਂਕਿ ਸੋਚ ਜਿਹੜੀ ਆ ਉਹ ਪੰਜਾਬ ਦੇ ਉਲਟ ਹੋ ਜਾਵੇ ਤਾਂ ਨੁਕਸਾਨ ਤਾਂ ਹੈ। ਉਹ ਮਾਸਟਰ ਜੀ ਨੂੰ ਕਹਿੰਦਾ, ਮਾਸਟਰ ਜੀ ਨੇ ਕਿਹਾ ਕਿ ਭਈ ਪੰਜਾਬੀ ਸੂਬਾ ਤੁਸੀਂ ਤਾਂ ਕਹਿੰਦੇ ਸੀ ਇਹ ਬਣਾਉਣਾ, ਬੋਲੀ ਦੇ ਆਧਾਰ ਤੇ ਸੂਬੇ ਬਣਾਉਣਾ, ਸਾਡਾ ਪੰਜਾਬੀ ਸੂਬਾ ਬਣਾ ਦਿਓ। ਮਾਸਟਰ ਜੀ ਆਪ तो जिन्ना जैसी बातें करते हैं। मास्टर जी कहते काटजू जी आप औरंगजेब जैसी बातें करते हैं। ਬਈ ਤੁਸੀਂ ਇੱਕ ਕਿੱਥੋਂ ਦੀ ਸੂਰਮਗਤੀ ਹੈ ਕਿ ਇੱਕ ਤੁਸੀਂ ਗੁਰਦੁਆਰੇ ਦੇ ਵਿੱਚ ਵੜ ਕੇ, ਜਿੱਥੇ ਜੋ ਕੋਈ ਪੂਜਾ ਦਾ ਸਥਾਨ ਹੈ ਕਿਸੇ ਦਾ, ਤੁਸੀਂ ਉੱਥੇ ਜਾ ਕੇ ਤੇ ਅਨਅਟੈਂਡਡ ਜੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਪਈ ਹੈ ਤੁਸੀਂ ਉਸ ਦੀ ਬੇਅਦਬੀ ਕਰਨ ਲੱਗ ਪੈਂਦੇ। ਸਿਰਫ ਇਸ ਕਹਿੰਦੇ ਨੇ ਵੀ ਹਿੰਦੂ ਦਾ ਦਬਦਬਾ ਹੋਣਾ ਚਾਹੀਦਾ। ਦਬਦਬਾ ਹੋਰ ਕਿਸ ਤਰ੍ਹਾਂ ਹੁੰਦਾ ਹੈ? ਕੌਨਸਟੀਟਿਊਸ਼ਨ ਤੁਹਾਡੇ ਸੁਪਰੀਮ ਕੋਰਟ ਤੁਹਾਡੇ, ਤੁਸੀਂ ਜੇ ਸੁਪਰੀਮ ਕੋਰਟ ਦੀ ਕੰਪੋਜੀਸ਼ਨ ਦੇਖੋ ਸ਼ੁਰੂ ਤੋਂ ਲੈ ਕੇ ਅੱਜ ਤੱਕ, ਤਾਂ ਬ੍ਰਾਹਮਣ ਡੋਮੀਨੇਸ਼ਨ ਰਹੀ ਹੈ ਉੱਥੇ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਵਿੱਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਘਟਨਾਵਾਂ ਲਗਾਤਾਰਤਾ ਦੇ ਵਿੱਚ ਅਜਿਹੀਆਂ ਵਾਪਰ ਰਹੀਆਂ ਨੇ ਜਿਹੜੀਆਂ ਇਸ਼ਾਰਾ ਕਰ ਰਹੀਆਂ ਨੇ ਕਿ ਹੁਣੇ ਹੀ ਸਾਨੂੰ ਚੇਤਨ ਹੋ ਜਾਣਾ ਚਾਹੀਦਾ, ਚਿੰਤਾ ਕਰਨੀ ਚਾਹੀਦੀ ਹੈ। ਤੇ ਚਿੰਤਾ ਇਸ ਕਰਕੇ ਕਰਨੀ ਚਾਹੀਦੀ ਕਿ ਕੋਈ ਵੱਡੀ ਘਟਨਾ ਨਾ ਵਾਪਰ ਜਾਵੇ, ਉਸ ਤੋਂ ਪਹਿਲਾਂ ਹੀ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾ ਰਿਹਾ ਉਸ ਨੂੰ ਬਚਾਇਆ ਜਾ ਸਕੇ। ਅੱਜ ਅਸੀਂ ਸਿੱਖ ਆਗੂ ਚਿੰਤਕ ਗੁਰਤੇਜ ਸਿੰਘ ਹੋਰਾਂ ਦੇ ਕੋਲ ਪਹੁੰਚੇ ਹਾਂ। ਉਹਨਾਂ ਨਾਲ ਗੱਲਬਾਤ ਕਰਕੇ ਸਮਝਣਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੱਖ-ਵੱਖ ਸਮੇਂ ਤੇ ਲਗਾਤਾਰ ਘਟਨਾਵਾਂ ਵਾਪਰਦੀਆਂ ਆ ਰਹੀਆਂ ਨੇ, ਉਹ ਉਸ ਚੀਜ਼ ਨੂੰ ਕਿਵੇਂ ਦੇਖਦੇ ਨੇ, ਕਿ ਇਹਨਾਂ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦੇਖਣਾ ਚਾਹੀਦਾ। ਜਿਸ ਤਰੀਕੇ ਨਾਲ ਬੇਅਦਬੀ ਦੀ ਘਟਨਾ ਦਾ ਇਨਸਾਫ ਹਾਲੇ ਤੱਕ ਨਹੀਂ ਮਿਲਿਆ। ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਇੱਕ ਇੱਦਾਂ ਦੀ ਘਟਨਾ ਵਾਪਰਦੀ ਜਿੱਥੇ ਹਿੰਦੂ ਵਰਸਸ ਸਿੱਖ ਕੀਤਾ ਜਾਂਦਾ। ਪੰਜਾਬ ਦੇ ਵਿੱਚ ਹਨੂੰਮਾਨ ਚਾਲੀਸਾ ਦੀ ਬੇਅਦਬੀ ਹੁੰਦੀ ਹੈ, ਗੁਟਕਾ ਸਾਹਿਬ ਦੇ ਅੰਗ ਪੱਤਰੇ ਵੱਖ-ਵੱਖ ਥਾਵਾਂ ਤੋਂ ਮਿਲਦੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ, ਕਿ ਇਹਨਾਂ ਦਾ ਸੰਦਰਭ ਕੀ ਹੈਗਾ, ਇਹ ਕਿੱਥੇ ਜੁੜਦੀਆਂ ਨੇ, ਕਿ ਕੀ ਕੜੀ ਦਰ ਕੜੀ ਜੋੜ ਕੇ ਦੇਖਣਾ ਚਾਹੀਦਾ ਇਹਨਾਂ ਨੂੰ। ਇੰਟੈਲੀਜੈਂਸ ਦੇ ਦਫ਼ਤਰ ਦੇ ਉੱਪਰ ਹਮਲਾ ਹੋ ਜਾਣਾ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਨੂੰ ਇਸ ਵੇਲੇ ਸੋਚਣੀਆਂ ਪੈਣਗੀਆਂ। ਸਾਡੇ ਨਾਲ ਗੁਰਤੇਜ ਜੀ ਨੇ ਗੱਲਬਾਤ ਕਰਨਾ। ਸਰ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਇਹ ਸਰ, ਇਹ ਜਿਹੜੀਆਂ ਘਟਨਾਵਾਂ ਨੇ ਤੁਸੀਂ ਲਗਾਤਾਰ ਆਪਣੀ ਨਜ਼ਰ ਬਣਾ ਕੇ ਰੱਖਦੇ ਹੋ ਪੰਜਾਬ ਦੇ ਵਿੱਚ ਜਿਹੜੀਆਂ ਵੀ ਚੰਗੀਆਂ ਜਾਂ ਮਾੜੀਆਂ ਘਟਨਾਵਾਂ ਹੁੰਦੀਆਂ ਨੇ, ਇਹ ਕੀ ਇਸ਼ਾਰਾ ਕੀ ਕਰ ਰਹੀਆਂ ਨੇ ਇਹ ਘਟਨਾਵਾਂ? ਦੇਖੋ ਭੋਗਲ ਜੀ, ਇਹ ਸਵਾਲ ਤੁਸੀਂ ਜਿਹੜਾ ਕਿਹਾ ਨਾ ਵੀ ਬਹੁਤ ਡੂੰਘਾ ਹੈ
ਔਰ ਇਸ ਨੂੰ ਤੁਸੀਂ ਸਮਝਣ ਵਾਸਤੇ ਸਾਨੂੰ 75 ਸਾਲ ਪਿੱਛੇ ਜਾਣਾ ਪਏਗਾ। ਜਿਸ ਵੇਲੇ ਇਹਨਾਂ ਨੇ ਕੌਨਸਟੀਟਿਊਸ਼ਨ ਅਡਾਪਟ ਕੀਤੀ ਆ ਔਰ ਹਿੰਦੁਸਤਾਨ ਦੀ ਕਹਿੰਦੇ ਆ ਵੀ ਆਜ਼ਾਦੀ ਹੋਈ, ਸਾਡੀ ਜਿਹੜੀ ਪਾਰਟੀਸ਼ਨ ਹੋਈ ਪੰਜਾਬ ਦੀ, ਉਸ ਵੇਲੇ ਤੋਂ ਗੱਲ ਸ਼ੁਰੂ ਕਰਨੀ ਪਏਗੀ। ਹਿੰਦੂ ਮਾਈਂਡ ਨੇ ਇਹ ਦੇਖਿਆ ਕਿ ਇਸ ਮਾਹੌਲ ਦੇ ਵਿੱਚ ਸਿਰ ਉੱਚਾ ਕਰਕੇ ਜਿਉਣ ਵਾਸਤੇ ਸਾਨੂੰ ਇੱਕ ਸੈਕੂਲਰ ਕੌਨਸਟੀਟਿਊਸ਼ਨ ਚਾਹੀਦੀ ਹੈ। ਲੇਕਿਨ ਉਸ ਨੇ ਦਿਮਾਗੀ ਤੌਰ ਦੇ ਉੱਤੇ ਤਾਂ ਇੱਕ ਕਿਸਮ ਦਾ ਇਹ ਢਾਂਚਾ ਬਣਾ ਲਿਆ, ਲੇਕਿਨ ਆਪਣੇ ਮਨ ਦੇ ਅੰਦਰ ਉਸਨੇ ਮਨੂ ਸਮ੍ਰਿਤੀ ਨੂੰ ਲਾਗੂ ਕਰਨ ਦਾ ਫੈਸਲਾ ਆਪਣੇ ਮਨ ਦੇ ਵਿੱਚ ਕਰ ਲਿਆ। ਔਰ ਇਹ ਪੋਜੀਸ਼ਨ ਹੋ ਗਈ, ਉਹ ਜਿਵੇਂ ਇੱਕ ਸੂਫੀ ਕਵੀ ਕਹਿੰਦੇ ਨੇ ਕਿ ਰੂਹ ਭੱਜ ਵੜੇ ਬੁੱਤਖਾਨੇ ਤੇ ਜ਼ਾਹਰ ਜਿਸਮ ਨਮਾਜ਼ੀ। ਬਾਹਰੋਂ ਨਮਾਜ਼ਾਂ ਪੜ੍ਹਦੇ ਰਹੇ, ਕੌਨਸਟੀਟਿਊਸ਼ਨ ਹੈ, ਸੁਪਰੀਮ ਕੋਰਟ ਹੈ, ਫਲਾਨਾ ਹੈ, ਤਿਮਕਾ ਹੈ। ਹੁਣ ਅਸੀਂ ਦੇਖ ਰਹੇ ਹਾਂ ਕਿ ਹਰ ਚੀਜ਼ ਕੱਚ ਦੀਆਂ ਵੰਗਾਂ ਵਾਂਗੂ ਟੁੱਟ ਰਹੀ ਹੈ। ਤਾਂ ਇਹਨਾਂ ਦਾ ਸ਼ੁਰੂ ਤੋਂ ਹੀ ਇਹ ਮਕਸਦ ਸੀ ਕਿ ਅਸੀਂ ਮਨੂ ਸਮ੍ਰਿਤੀ ਜਾਂ ਮਾਨਵ ਧਰਮ ਸ਼ਾਸਤਰ ਜੋ ਉਸਨੇ ਲਿਖਿਆ ਸੀ ਉਹ ਲਾਗੂ ਕਰਨਾ ਹੈ। ਔਰ ਉਸ ਨੂੰ ਲਾਗੂ ਕਰਨ ਵਾਸਤੇ ਅਸੀਂ ਕੀ ਕਰਨਾ, ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਮੁਸਲਮਾਨਾਂ ਨੂੰ ਬਾਹਰ ਕੱਢਿਆ ਔਰ ਸਾਰੀ ਇਹਨਾਂ ਦੀ ਕਰਾਮਾਤ ਸੀ। ਹਿੰਦੁਸਤਾਨ ਦੀਆਂ ਉਸ ਵੇਲੇ ਜਿਹੜੀ ਸੋਵਰੇਨਟੀ ਸੀ, ਪ੍ਰਭੂ ਸੱਤਾ ਸੀ, ਉਸ ਦੀਆਂ 3 ਅਧਿਕਾਰੀ ਪਾਰਟੀਆਂ ਸਨ। ਇੱਕ ਮੁਸਲਮਾਨ ਸਨ, ਇੱਕ ਹਿੰਦੂ ਸਨ, ਇੱਕ ਸਿੱਖ ਸਨ। ਸਿੱਖ ਮਾਈਨੋਰਿਟੀ ਸੀ ਔਰ ਬੜੀ ਛੋਟੀ ਮਾਈਨੋਰਿਟੀ ਸੀ। ਮੁਸਲਮਾਨ 40% ਦੇ ਕਰੀਬ ਸਨ। ਤੇ ਇਹਨਾਂ ਨੇ ਇਹ ਸੋਚਿਆ ਕਿ ਮੁਸਲਮਾਨਾਂ ਨੂੰ ਅਲੱਗ ਦੇਸ਼ ਦੇ ਕੇ ਬਾਹਰ ਕੱਢ ਦਿਓ। ਇਹ ਸਾਰੀ ਇਹਨਾਂ ਦੀ ਆਪਣੀ ਕਾਰਸਤਾਨੀ ਸੀ। ਨਹਿਰੂ, ਪਟੇਲ ਔਰ ਇਹਨਾਂ ਲੋਕਾਂ ਦੀ ਆਪਦੀ, ਗਾਂਧੀ ਦੇ ਸਮੇਤ ਇਹਨਾਂ ਲੋਕਾਂ ਨੇ ਫੈਸਲਾ ਕੀਤਾ ਸੀ ਵੀ ਅਸੀਂ ਮੁਸਲਮਾਨ ਨੂੰ ਅੰਦਰ ਨਹੀਂ, ਹਿੰਦੁਸਤਾਨ ਦੇ ਵਿੱਚ ਨਹੀਂ ਰੱਖਣਾ। ਬਾਕੀ ਇਹਨਾਂ ਨੇ ਕਿਹਾ ਵੀ ਬਾਕੀਆਂ ਨੂੰ ਦਬੇਲ ਬਣਾ ਕੇ ਰੱਖਾਂਗੇ। ਜਿਹੜੇ ਜਿੰਨੇ ਹੋਣਗੇ ਹਰੀਜਨ, ਉਸ ਵੇਲੇ ਹਰੀਜਨ ਹੀ ਸ਼ਬਦ ਪ੍ਰਚਲਿਤ ਸੀ। ਦਲਿਤ ਅੱਜ ਕੱਲ੍ਹ ਕਹਿੰਦੇ ਆਪਾਂ, ਦਲਿਤ ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਗੁਲਾਮ ਰੱਖਿਆ 10,000 ਸਾਲ ਤੋਂ, 5,000 ਸਾਲ ਤੋਂ ਉਹਨਾਂ ਨੂੰ ਗੁਲਾਮ ਹੀ ਰੱਖਾਂਗੇ। ਇਹ ਸਾਰਾ ਪ੍ਰੋਗਰਾਮ ਬਣ ਗਿਆ। ਹੁਣ ਇਸ ਦੇ ਵਿੱਚ ਕੌਨਫਲਿਕਟ ਕੀ ਆਉਂਦੀ ਹੈ? ਕੌਨਫਲਿਕਟ ਇਹ ਆਉਂਦੀ ਹੈ ਕਿ ਜਿਹੜੇ ਤਾਂ ਸੀਗੇ ਸਿੱਖ, ਉਹਨਾਂ ਨੂੰ ਤਾਂ ਕੁਛ ਮਿਲਿਆ ਨਹੀਂ। ਉਹਨਾਂ ਨੇ ਫਿਰ ਇਹ ਫੈਸਲਾ ਕੀਤਾ ਕਿ ਜੋ ਕੁਛ ਇਹ ਦਿੰਦੇ ਆ ਉਹ ਲੈ ਲਓ। ਇਹਨਾਂ ਨੇ ਕਿਹਾ ਕਿ ਜਿਹੜੀ ਤੁਸੀਂ 1920 ਤੋਂ ਕਹਿੰਦੇ ਆਏ ਹੋ ਕਿ ਸੂਬਿਆਂ ਦੀ ਰੀਆਰਗਨਾਈਜੇਸ਼ਨ ਹੋਏਗੀ ਔਰ ਬੋਲੀ ਦੇ ਆਧਾਰ 'ਤੇ ਸੂਬੇ ਬਣਨਗੇ, ਤੁਸੀਂ ਸਾਡਾ ਸੂਬਾ ਬੋਲੀ ਦੇ ਆਧਾਰ ਦੇ ਉੱਤੇ ਰੀਆਰਗਨਾਈਜ਼ ਕਰ ਦਿਓ। ਇਹਨਾਂ ਦੀ ਡਿਮਾਂਡ ਜਿਹੜੀ ਸੀ ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਉਹ ਇਹ ਸੀ ਕਿ ਜਾਂ ਤਾਂ ਸਾਰੇ ਪੰਜਾਬ ਨੂੰ ਪੰਜਾਬੀ ਸਪੀਕਿੰਗ ਏਰੀਆ ਐਲਾਨ ਕਰ ਦਿਓ। ਉਹਦੇ ਵਿੱਚ ਕੀ ਹੁੰਦਾ ਸੀਗਾ, ਇੱਥੇ ਹਿੰਦੂ ਮੈਜੋਰਿਟੀ ਹੁੰਦੀ ਸੀ ਔਰ ਬੜੇ ਆਰਾਮ ਨਾਲ, ਕਿਉਂਕਿ ਹਿਮਾਚਲ ਵਿੱਚ ਹੁੰਦਾ, ਹਰਿਆਣਾ ਵਿੱਚ ਹੁੰਦਾ ਸਾਰਾ ਕੁਛ, ਤੇ ਉਹ ਬੜੀ ਕੰਫਰਟੇਬਲ ਹਿੰਦੂ ਮੈਜੋਰਿਟੀ ਹੁੰਦੀ ਸੀ। ਪਰ ਇਹਨਾਂ ਦੇ ਮਨਾਂ ਦੇ ਵਿੱਚ ਫਿਰਕਾ ਪ੍ਰਸਤੀ ਇੰਨੀ ਵਸੀ ਹੋਈ ਸੀ, ਇਹਨਾਂ ਨੇ ਕਿਹਾ ਅਸੀਂ ਬਣ ਨਹੀਂ ਦੇਣਾ ਪੰਜਾਬੀ ਸੂਬਾ। ਸੋ ਇਹਨਾਂ ਨੇ ਕਿਹਾ ਕਿ ਅਸੀਂ ਇਹ ਮਹਾਂ ਪੰਜਾਬ ਚਾਹੀਦਾ ਸਾਨੂੰ। ਇੱਥੇ ਮਹਾਂ ਪੰਜਾਬ ਵਾਸਤੇ ਅੰਦੋਲਨ ਹੋਏ, ਭੁੱਖ ਹੜਤਾਲਾਂ ਹੋਈਆਂ ਔਰ ਜਲਸੇ ਜਲੂਸ ਹੋਏ। 1951 ਦੇ ਵਿੱਚ ਹੀ ਸ਼ੁਰੂ ਹੋ ਗਿਆ। ਸਭ ਤੋਂ ਪਹਿਲੀ ਜਿਹੜੀ ਸਰਕਾਰ ਇਸ ਨਵੀਂ ਸੰਵਿਧਾਨ ਅਜੇ ਤਾਈਂ ਅਡੋਪਟ ਹੀ ਹੋ ਰਿਹਾ ਸੀਗਾ ਮੇਰੇ ਖਿਆਲ 'ਚ ਉਹਨਾਂ ਦਿਨਾਂ 'ਚ, ਜਿਹੜੀ ਸਾਰਿਆਂ ਤੋਂ ਪਹਿਲੀ ਨਾਨ ਕਾਂਗਰਸ ਸਰਕਾਰ ਡਿਸਮਿਸ ਹੋਈ ਉਹ ਸੀ ਟ੍ਰੈਵਨਕੋਰ ਕੋਚੀਨ ਦੀ ਸਰਕਾਰ। ਕਮਿਊਨਿਸਟ ਸਰਕਾਰ ਸੀ ਉੱਥੇ, ਉਹਨਾਂ ਨੇ ਡਿਸਮਿਸ ਕਰਤੀ। ਬਈ ਜੇ ਤੁਹਾਡੇ ਕੋਲ ਲੋਕ ਰਾਜੀ ਕਾਨੂੰਨ ਹੈ, ਇੱਕ ਸੰਵਿਧਾਨ ਹੈ, ਉਸ ਸੰਵਿਧਾਨ ਦੇ ਅਨੁਸਾਰ ਚੁਣੀ ਹੋਈ ਸਰਕਾਰ ਉੱਥੇ ਬੈਠੀ ਹੈ, ਤੁਸੀਂ ਉਹਨੂੰ ਕਿਸ ਤਰੀਕੇ ਨਾਲ ਡਿਸਮਿਸ ਕਰ ਰਹੇ ਹੋ? ਫਿਰ ਦੂਸਰੀ ਸਰਕਾਰ ਜਿਹੜੀ ਡਿਸਮਿਸ ਹੋਈ ਉਹ ਸੀ ਗਿਆਨ ਸਿੰਘ ਰਾੜੇਵਾਲੇ ਦੀ ਅਕਾਲੀ ਸਰਕਾਰ। ਇਸ ਦੇ ਵਿੱਚ ਉਹਨਾਂ ਕੋਲ 51 ਦੇ ਵਿੱਚੋਂ 27 ਸੀਟਾਂ ਸੀਗੀਆਂ ਤੇ ਉਹਨਾਂ ਨੂੰ ਡਿਸਮਿਸ ਕਰਤਾ ਗਿਆ। ਇਹ ਸਾਰੇ ਦੇ ਸਾਰੇ 51 MLA ਲਾਅ ਮਿਨਿਸਟਰ ਕੋਲੇ ਪਹੁੰਚ ਗਏ। ਉਸ ਵੇਲੇ ਆਪਣੇ ਅੰਬੇਡਕਰ ਸੀਗੇ ਲਾਅ ਮਿਨਿਸਟਰ। ਉਹ ਕਹਿੰਦੇ ਜੀ ਅਸੀਂ ਆ ਖੜੇ ਹਾਂ, 27 ਅਸੀਂ ਅਕਾਲੀ ਹਾਂ, ਸਾਡੀ ਸਰਕਾਰ ਬਣੀ ਹੋਈ ਸੀ, ਇਹਨਾਂ ਨੇ ਡਿਸਮਿਸ ਕਰਤੀ ਤੇ ਹੁਣ ਉੱਥੇ ਹਿੰਦੂ ਸਰਕਾਰ ਜਿਹੜੀ ਕਿ ਉਹਨਾਂ ਨੇ ਬਾਅਦ ਦੇ ਵਿੱਚ ਇਹ ਠੋਸਣਾ ਚਾਹੁੰਦੇ ਆ। ਤਾਂ ਉਹ ਕਹਿੰਦਾ ਤੁਸੀਂ ਕੌਨਸਟੀਟਿਊਸ਼ਨ ਬਣਾਈ ਹੈ, ਇਹ ਕੀ ਇਹ ਕੌਨਸਟੀਟਿਊਸ਼ਨ ਹੈਗੀ? ਅੰਬੇਡਕਰ ਆਪਣੀ ਸੀਟ ਤੋਂ ਉੱਠਿਆ, ਉਹਦੇ ਉੱਤੇ ਮੇਜ਼ ਦੇ ਉੱਤੇ ਕੌਨਸਟੀਟਿਊਸ਼ਨ ਦਾ ਉਹ ਪਿਆ ਸੀ, ਕਿਤਾਬ ਪਈ ਸੀ। ਉਹ ਕਿਤਾਬ ਉਹਨੇ ਚੁੱਕ ਕੇ ਨਾ ਖਿੜਕੀ ਦੇ ਵਿੱਚੋਂ ਮਾਰੀ ਚਲਾ ਕੇ। ਤੁਸੀਂ ਕਹਿੰਦਾ ਸਮਝਦੇ ਹੋ ਮੈਂ ਆਹ ਕੌਨਸਟੀਟਿਊਸ਼ਨ ਬਣਾਈ ਹੈ, ਮੇਰਾ ਇਹਦੇ ਵਿੱਚ ਕੀ ਰੋਲ ਹੈ, ਤੁਹਾਨੂੰ ਕੀ ਪਤਾ? ਫਿਰ ਉਸਨੇ 1953 ਦੇ ਵਿੱਚ
ਰਾਜ ਸਭਾ ਦੇ ਵਿੱਚ ਇੱਕ ਸਟੇਟਮੈਂਟ ਦਿੱਤਾ ਕਿ ਜਿਹੜੀ ਇਹ ਤੁਹਾਡਾ ਆਈਨ ਹੈ, ਜਿਹੜੀ ਕਨਸਟੀਟਿਊਸ਼ਨ ਹੈ, ਇਹ ਇੱਕ ਰੱਦੀ ਪੇਪਰ ਬਣ ਚੁੱਕੀ ਹੈ, ਰੱਦੀ ਕਾਗਜ਼ ਬਣ ਚੁੱਕੀ ਹੈ, ਔਰ ਇਹ ਸਿਰਫ ਡਸਟਬਿਨ ਦੇ ਵਿੱਚ ਸੁੱਟੀ ਜਾ ਸਕਦੀ ਹੈ। ਫਿਰ ਉਸਨੇ ਉਸ ਦੀ ਵਿਆਖਿਆ ਕੀਤੀ, ਕਿਉਂ ਕਹਿ ਰਿਹਾ ਮੈਂ ਇਹ ਗੱਲ। ਉਹ ਕਹਿੰਦਾ ਕਿ ਮੈਂ ਬੜਾ ਹੈਰਾਨ ਹਾਂ, ਬੜੇ ਹੈਰਾਨੀਜਨਕ ਇਹ ਤੱਥ ਹਨਗੇ ਕਿ ਜਦੋਂ ਜਦੋਂ ਕੋਈ ਮਾਈਨੋਰਿਟੀ ਜਾਂ ਦਲਿਤ ਦਬੇ ਕੁਚਲੇ ਲੋਕ ਗੱਲ ਕਰਦੇ ਨੇ ਆਪਣੀ ਬਰਾਬਰੀ ਦੀ, ਆਪਣੇ ਹੱਕਾਂ ਦੀ, ਤਾਂ ਉਸ ਵੇਲੇ ਉਹਨਾਂ ਨੂੰ ਇਹ ਕਹਿ ਕੇ ਕੁਚਲਿਆ ਜਾਂਦਾ ਹੈ ਕਿ ਫਿਰਕਾ ਪ੍ਰਸਤ ਹਨਗੇ। ਉਹ ਤਾਂ ਦਰਅਸਲ ਦੇ ਵਿੱਚ ਤੁਹਾਡੀ ਜਿਹੜੀ ਹਿੰਦੂ ਕਾਂਗਰਸ ਦੀ ਫਿਰਕਾ ਪ੍ਰਸਤੀ ਹੈ ਉਹਦੇ ਬਰਖਲਾਫ ਬੋਲ ਰਹੇ ਹੁੰਦੇ ਨੇ। ਤੁਸੀਂ ਉਹਨਾਂ ਨੂੰ ਹੀ ਫਿਰਕਾ ਪ੍ਰਸਤ ਕਹਿ ਕੇ ਤੇ ਇੱਥੇ ਦਮਨ ਕਰਨ ਤੇ ਲੱਗ ਜਾਂਦੀ ਹੋ। ਸੋ ਜਿਹੜਾ ਇਹ ਦਮਨ ਚੱਲ ਰਿਹਾ ਇਹ ਉਸ ਵੇਲੇ ਦਾ ਚੱਲ ਰਿਹਾ। ਇਸ ਦਾ ਟੀਚਾ ਹੈ ਮਨੂ ਸਮ੍ਰਿਤੀ ਨੂੰ ਲਾਗੂ ਕਰਨਾ। ਸਰ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ 75 ਸਾਲ ਪਹਿਲਾਂ ਹੀ ਇਹ ਸੋਚ ਬਣ ਗਈ ਸੀ ਤੇ ਅੱਜ ਤੱਕ ਉਹ ਚੱਲਦੀ ਆ ਰਹੀ ਹੈ ਬਾਦਸਤੂਰ। ਇਹ ਜਿਹੜੀਆਂ ਛੋਟੀਆਂ ਘਟਨਾਵਾਂ ਨੇ, ਤੁਹਾਡੇ ਧਿਆਨ ਦੇ ਵਿੱਚ ਇਹਨਾਂ ਨੂੰ ਜੋੜ ਕੇ ਦੇਖ ਸਕਦੇ ਹਾਂ ਅਸੀਂ, ਇਹ ਜਿਹੜੀਆਂ ਚੀਜ਼ਾਂ ਲਗਾਤਾਰ ਪੰਜਾਬ ਦੇ ਵਿੱਚ ਵਾਪਰ ਰਹੀਆਂ ਇਸ ਵੇਲੇ? ਹਾਂ, ਇਹ ਭੋਲ ਜੀ ਇਸ ਤਰ੍ਹਾਂ ਹੈਗਾ ਕਿ ਜਿਸ ਵੇਲੇ ਤਾਂ ਕਾਂਗਰਸ ਸੀ ਉਹ ਬੁਰਕਾ ਪਾ ਕੇ ਫਿਰਕਾ ਪ੍ਰਸਤੀ ਕਰਦੀ ਸੀ। ਹੁਣ ਜਿਹੜਾ ਹੈਗਾ ਇਹ ਹੁਣ ਇਹਨਾਂ ਨੇ ਬੁਰਕਾ ਲਾਤਾ ਹੈ। ਹਾਂ, ਇਹ ਸ਼ਰੇਆਮ ਹੋ ਗਿਆ। ਉਹ ਹੁਣ ਜਿਵੇਂ ਕਹਿੰਦਾ ਬੁੱਲਾ ਖੁੱਲ ਖੁੱਲ ਨੱਚ ਖਲੋਈ, ਹੁਣ ਤਾਂ ਇਹ ਖੁੱਲ ਕੇ ਨੱਚ ਰਹੀ ਹੈ ਫਿਰਕਾ ਪ੍ਰਸਤੀ ਸਾਡੇ ਦੇ। ਹੁਣ ਗੱਲ ਇਹ ਹੈਗੀ ਕਿ ਜਿਹੜੀਆਂ ਵੀ ਕੋਈ ਘੱਟ ਗਿਣਤੀ ਕੌਮਾਂ ਆਉਣਗੀਆਂ ਜਿਨ੍ਹਾਂ ਦੇ ਵਿੱਚ ਥੋੜ੍ਹੀ ਬਹੁਤ ਜਾਨ ਹੈ, ਉਹਨਾਂ ਨੂੰ ਖਤਮ ਕਰਨਾ, ਉਹਨਾਂ ਨੂੰ ਤੁਸੀਂ ਜ਼ੀਰੋ ਕਰਨਾ, ਉਹਨਾਂ ਨੂੰ ਆਪਣਾ ਜਿਹੜੀ ਪ੍ਰਭੂ ਸੱਤਾ ਉਸ ਨੂੰ ਮੰਨਣ ਵਾਸਤੇ ਮਜਬੂਰ ਕਰਨਾ। ਹਾਲਾਂਕਿ ਕੋਈ ਇੱਥੇ ਬਾਗੀ ਨਹੀਂ, ਕੋਈ ਹਥਿਆਰ ਚੁੱਕ ਕੇ ਨਹੀਂ ਤੁਰਿਆ ਫਿਰਦਾ ਵੀ ਇਸ ਨੂੰ ਬਦਲ ਦੇਣਾ ਸਰਕਾਰ ਨੂੰ, ਇਹ ਨਹੀਂ ਬਣਨ ਦੇਣਾ ਹਿੰਦੁਸਤਾਨ। ਹੁਣ ਹਿੰਦੁਸਤਾਨ ਨੂੰ ਕਹਿੰਦੇ ਹੈ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਹੁਣ ਇਹਦਾ ਕੀ ਬਣਾਉਣਗੇ? ਇਹ ਤਾਂ ਜਿੱਥੇ 80% ਤੁਹਾਡੀ ਮੈਜੋਰਿਟੀ ਹੈ ਉਹ ਤਾਂ ਬਣਿਆ ਹੋਇਆ ਹਿੰਦੂ ਰਾਸ਼ਟਰ, ਉਹਦੇ ਵਿੱਚ ਤੁਸੀਂ ਕੀ ਫਿਰ ਫਰਦਰ ਕੀ ਬਣਾਓਗੇ ਇਸ ਨੂੰ? ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵਾਹੀਅਤ ਕਰਕੇ ਔਰ ਫਿਰ ਉੱਧਰੋਂ ਕਿਤੇ ਹਨੂੰਮਾਨ ਚਾਲੀਸਾ, ਬਈ ਤੁਸੀਂ ਆਪਣੇ ਘਰ ਦੇ ਵਿੱਚ ਉਹ ਸਾਰੇ ਲੋਕ ਕਹਿੰਦੇ ਆ ਕਿ ਆਪਣੇ ਪੁਰਾਣੇ ਅਖਾਣ ਵੀ ਹਨਗੇ ਕਿ ਜਿਹੜਾ ਇਹ ਪੂਜਾ ਪਾਠ ਤੇ ਘਰ ਦਾ ਜਿਹੜਾ ਨਾਰੀ ਦਾ ਇਹ ਪਰਦੇ ਦੇ ਅਧਿਕਾਰੀ ਹੁੰਦੇ ਆ। ਇਹ ਆਪਣੇ ਪਰਦੇ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਕਰੋ ਪਾਠ, ਤੁਹਾਨੂੰ ਕੋਈ ਰੋਕਦਾ? ਸੜਕਾਂ 'ਤੇ ਜਾ ਕੇ ਹਨੂੰਮਾਨ ਚਾਲੀਸੇ ਦਾ ਪਾਠ ਕਰਨਾ ਔਰ ਉਸ ਨੂੰ ਇੱਕ ਹਥਿਆਰ ਦੇ ਤੌਰ ਦੇ ਉੱਤੇ ਇੱਕ ਮਾਈਨੋਰਿਟੀ ਦੇ ਖਿਲਾਫ ਵਰਤਣਾ, ਇੱਕ ਘੱਟ ਗਿਣਤੀ ਦੇ ਖਿਲਾਫ ਵਰਤਣਾ। ਉਹ ਮੁਸਲਮਾਨਾਂ ਦੇ ਵਿੱਚ ਤਾਂ ਜਾਨ ਹੈ ਨਹੀਂ ਪਹਿਲਾਂ ਹੀ। ਉਹ ਤਾਂ ਬਹਾਦਰ ਸ਼ਾਹ ਕਹਿ ਗਿਆ ਸੀਗਾ ਕਿ ਦਮ ਦਮੋਂ ਮੇਂ ਦਮ ਨਹੀਂ, ਅਬ ਖੈਰ ਮੰਗੋ ਜਾਨ ਕੀ, ਐ ਜ਼ਫਰ ਠੰਡੀ ਹੋਈ ਤੇਗ ਹਿੰਦੁਸਤਾਨ ਕੀ। ਉਹ ਤਾਂ ਉਸ ਵੇਲੇ ਹੀ ਐਲਾਨ ਕਰ ਗਿਆ ਸੀਗਾ ਵੀ ਇਹ ਤੇਗ ਠੰਡੀ ਹੋ ਗਈ। ਵਿਚਾਰੇ ਉਹਨਾਂ ਨੂੰ ਜਿਹੜੇ ਚੰਗੇ ਮੁਸਲਮਾਨ ਸੀ, ਕਹਿੰਦੇ ਕਹਾਉਂਦੇ ਸੀ, ਜਿਨ੍ਹਾਂ ਦੇ ਵਿੱਚ ਕੋਈ ਇੰਟੈਲੈਕਚੁਅਲ ਕੈਪੈਸਿਟੀ ਸੀ, ਉਹ ਪਹਿਲਾਂ ਹੀ ਪਾਕਿਸਤਾਨ ਚਲੇ ਗਏ। ਤੇ ਹੁਣ ਇੱਥੇ ਗਰੀਬ ਲੋਕ ਹਨਗੇ ਜਿਹੜੇ ਵਿਚਾਰੇ ਆਪਣਾ ਗੁਜ਼ਾਰਾ ਕਰ ਰਹੇ ਆ। ਸਰ ਫਿਰ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਹੁਣ ਜਿਸ ਤਰੀਕੇ ਨਾਲ, ਕਿਉਂਕਿ ਤੁਸੀਂ ਭਾਜਪਾ ਦੀ ਗੱਲ ਆਖ ਰਹੇ ਹੋ ਸਿੱਧੇ ਤੌਰ ਤੇ, ਭਾਜਪਾ ਕਿਸ ਤਰੀਕੇ ਨਾਲ ਚੱਲ ਰਹੀ ਹੈਗੀ, ਕਿਉਂਕਿ ਉਹਨਾਂ ਦੇ ਬਹੁਤ ਸਾਰੇ ਆਗੂ ਤਾਂ ਆਪਣੇ ਸਟੇਜਾਂ ਤੋਂ ਵੀ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਬਣਾਉਣਾ ਜਾਂ ਹਿੰਦੂ ਦੇਸ਼ ਹੈਗਾ ਸਾਡਾ, ਹਿੰਦੁਸਤਾਨ ਹੈਗਾ। ਸਰ ਜਿਹੜੀਆਂ ਹੁਣ ਚੀਜ਼ਾਂ ਹੋ ਰਹੀਆਂ, ਬਹੁਤ ਸਾਰੇ ਸਿੱਖ ਚਿਹਰੇ ਪੰਜਾਬ ਦੇ ਜਿਹੜੇ ਨੇ ਉਹ ਭਾਜਪਾ ਦੇ ਵੱਲ ਜਾ ਰਹੇ ਨੇ, ਬਹੁਤ ਸਾਰੇ ਆਗੂਆਂ ਨੂੰ ਭਾਜਪਾ ਦੇ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਜਾਂ ਕੀਤਾ ਜਾ ਰਿਹਾ। ਉਹਦੇ ਵਿੱਚ ਹੁਣ ਇਹ ਨਹੀਂ ਪਤਾ ਕਿ ਦਬਕੇ ਨਾਲ ਕਰਵਾਇਆ ਜਾ ਰਿਹਾ ਜੋ ਆਪਣੀ ਸਹਿਮਤੀ ਦੇ ਨਾਲ ਭਾਜਪਾ ਦਾ ਹਿੱਸਾ ਬਣ ਰਹੇ ਨੇ। ਸੁਨੀਲ ਜਾਖੜ ਵੀ ਚਲੇ ਗਏ। ਤਾਂ ਹੋਰ ਸਿੱਖ ਆਗੂਆਂ ਦੀ ਅਸੀਂ ਗੱਲ ਕਰ ਲਈਏ ਤਾਂ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਰਹੇ ਮਨਜੀਤ ਸਿੰਘ, ਉਹਨਾਂ ਦੇ ਜਿਹੜੇ ਨਾਲ ਰਹੇ ਮਨਜਿੰਦਰ ਸਿੰਘ ਸਿਰਸਾ, ਉਹ ਵੀ ਗਏ ਨੇ। ਹੋਰ ਵੀ ਬਹੁਤ ਸਾਰੇ ਪੰਜਾਬ ਦੇ ਰਾਣਾ ਸੋਢੀ ਹੋ ਗਏ। ਤਾਂ ਹੋਰ ਵੀ ਬਹੁਤ ਸਾਰੇ ਆਗੂ ਸਿੱਖ ਚਿਹਰੇ ਜਿਹੜੇ ਨੇ ਉਹ ਜਾ ਰਹੇ ਨੇ। ਤਾਂ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਚਿਹਰਿਆਂ ਨੂੰ ਹੀ ਅੱਗੇ ਰੱਖ ਕੇ ਭਾਜਪਾ ਪੰਜਾਬ ਦੇ ਵਿੱਚ ਸਿਆਸਤ ਕਰਨ ਜਾ ਰਹੀ ਹੈ। ਇਹ ਕਿਹੜਾ ਪੈਂਤੜਾ ਹੈਗਾ? ਪੰਜਾਬ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਹੀ ਸਿਆਸਤ ਪਹਿਲਾਂ ਕੀਤੀ ਹੈ। 1947 ਤੋਂ ਬਾਅਦ ਲਗਾਤਾਰ ਇਹ ਸਿਆਸਤ ਕਰਦੇ ਆਏ ਆ, ਖਾਸ ਤੌਰ ਦੇ ਉੱਤੇ ਬੀਜੇਪੀ। ਇਹਨਾਂ ਲੋਕਾਂ ਨੇ ਇਹ ਥਿਊਰੀ ਬਣਾਈ ਸੀ ਕਿ ਜਿਹੜਾ ਕਿਉਂਕਿ ਹਿੰਦੂ ਸਾਰੇ ਮੁਲਕ ਦੇ ਵਿੱਚ ਇਹਨਾਂ ਦੀ ਮੈਜੋਰਿਟੀ ਹੈ, ਇਸ ਕਰਕੇ ਪੰਜਾਬ ਦੇ ਵਿੱਚ ਵੀ ਰਾਜ ਇਹਨਾਂ ਦਾ ਹੋਣਾ ਚਾਹੀਦਾ। ਇਹ ਨਹੀਂ ਥਿਊਰੀ ਹੈ। ਅੱਛਾ, ਹੁਣ ਸਾਡਾ ਪੰਜਾਬ ਦਾ ਹਿੰਦੂ ਹੈ, ਉਹ ਇਹਨਾਂ ਕਮਿਊਨਲ ਨਹੀਂ ਹੈਗਾ। ਉਹ ਉਸ ਦੇ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਫਿਰਕਾ ਪ੍ਰਸਤੀ ਦੀਆਂ ਨਹੀਂ ਹਨਗੀਆਂ। ਇਹਨਾਂ ਨੇ ਉੱਥੋਂ ਆਰਾਂ ਲਾ ਕੇ, ਜਿਵੇਂ ਆਪਣੇ ਬਲਦਾਂ ਦੇ ਆਰਾਂ ਲਾ ਕੇ ਹਲ, ਉਸ ਤਰ੍ਹਾਂ ਇਹਨਾਂ ਨੇ ਆਰਾਂ ਲਾ ਕੇ ਇਹਨਾਂ ਨੂੰ ਤਿਆਰ ਕੀਤਾ ਹੈ ਫਿਰਕਾ ਪ੍ਰਸਤੀ ਵਾਸਤੇ। ਉਹਦੇ ਵਿੱਚੋਂ ਵਿਚਾਰੇ ਕੁਛ, ਹੁਣ ਦੇਖੋ ਇਹ ਤਾਂ ਇਹਨਾਂ ਦੇ ਸਿਆਸੀ ਲੋਕ ਆਣਗੇ, ਆਪਾਂ ਇਹਨਾਂ ਨੂੰ ਹਿੰਦੂ ਨਹੀਂ ਕਹਿ ਸਕਦੇ, ਸਿੱਖ ਨਹੀਂ ਕਹਿ ਸਕਦੇ। ਪੱਗਾਂ ਬੰਨੀਆਂ ਹੁਣ ਤਾਂ ਸਿੱਖ ਨਹੀਂ ਕੋਈ ਬਣ ਜਾਂਦਾ।
ਹੁਣ ਆਪਾਂ ਜਾਣਦੇ ਹਾਂ ਆਪਾਂ ਕਿੰਨੇ ਕੁ ਸਿੱਖ ਹਾਂ। ਤਾਂ ਇਹ ਜਿਹੜੇ ਲੋਕ ਹਨਗੇ ਇਹ ਇੱਕ ਸਿਆਸੀ ਜੰਤੂ ਸਮਝ ਲਓ। ਇਹਨਾਂ ਨੂੰ ਇਸ ਸ਼ਕਤੀ ਤੋਂ ਬਿਨਾਂ, ਪਾਵਰ ਤੋਂ ਬਿਨਾਂ ਚੈਨ ਨਹੀਂ ਆਉਂਦਾ। ਇਹ ਲੋਕ ਜਿਉ ਨਹੀਂ ਸਕਦੇ। ਇਹਨਾਂ ਨੂੰ ਲੱਗਦਾ ਵੀ ਸਾਡੀ ਜ਼ਿੰਦਗੀ ਬੇਕਾਰ ਹੋ ਗਈ। ਹਾਲਾਂਕਿ ਇਹੋ ਜਿਹੇ ਮਾਹੌਲ ਦੇ ਵਿੱਚ ਜੇ ਕੋਈ ਪਾਵਰ ਲੈ ਵੀ ਲੈਂਦਾ ਹੈ, ਸਕਸੈਸਫੁਲ ਵੀ ਹੈ, ਤਾਂ ਉਹਨੂੰ ਸਮਝਣਾ ਚਾਹੀਦਾ ਕਿ ਉਹ ਨਿਖੇਧ ਆਦਮੀ ਹੈ। ਇਸ ਮਾਹੌਲ ਦੇ ਵਿੱਚ ਜੇ ਕਿਸੇ ਨੂੰ ਪਾਵਰ ਮਿਲਦੀ ਹੈ ਤਾਂ ਉਹ ਕਿਸੇ ਚੰਗੇ ਬੰਦੇ ਨੂੰ ਤਾਂ ਮਿਲ ਨਹੀਂ ਸਕਦੀ। ਅਤੇ ਇਹ ਸਮਝਣ ਵੀ ਅਸੀਂ ਫੇਲੀਅਰ ਨਹੀਂ ਹੋਣਾ ਚਾਹੁੰਦੇ, ਅਸੀਂ ਕਿਤੇ ਨਾ ਕਿਤੇ ਅੜੇ ਰਹਿਣਾ ਚਾਹੁੰਦੇ ਹਾਂ। ਇਹੋ ਜਿਹੇ ਲੋਕ ਉਹਨਾਂ ਦੇ ਨਾਲ ਜਾ ਰਹੇ ਆ ਔਰ ਉਹਨਾਂ ਦਾ ਕੀ ਹਸ਼ਰ ਹੋ ਰਿਹਾ ਤੁਸੀਂ ਪਿੱਛੇ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਉਹਨਾਂ ਦੇ ਵਿੱਚੋਂ ਤੁਸੀਂ ਦੇਖ ਲਿਆ। ਸਰ, ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ, ਤੁਸੀਂ ਵੀ ਥੋੜ੍ਹਾ ਜਿਹਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਥੰਮ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਕੌਨਸਟੀਟਿਊਸ਼ਨਲ ਥੰਮ ਹੈਗੇ ਸਾਡੇ, ਅਸੀਂ ਮੰਨਦੇ ਲੈਜਿਸਲੇਟਿਵ ਹੋ ਗਿਆ ਸਾਡਾ, ਐਗਜ਼ੀਕਿਊਟਿਵ ਬਾਡੀਜ਼ ਹੋ ਗਈਆਂ, ਜਾਂ ਜਿਸ ਤਰੀਕੇ ਨਾਲ ਜੁਡੀਸ਼ਰੀ ਹੋ ਗਈ, ਇਹ ਸਾਰਿਆਂ ਦੇ ਉੱਪਰ ਇਸ ਵੇਲੇ ਸਵਾਲ ਬੜੇ ਵੱਡੇ ਪੱਧਰ 'ਤੇ ਨੇ ਕਿ ਸਾਰੀਆਂ ਦੇ ਵਿੱਚ ਪਹਿਲਾਂ ਵਰਗਾ ਦਮ ਨਹੀਂ ਰਿਹਾ ਹੈਗਾ। ਤਾਂ ਅਜਿਹੇ ਮਾਹੌਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਨੇ? ਪੰਜਾਬ ਉਸ ਤਰੀਕੇ ਨਾਲ ਸਰਵਾਈਵ ਕਰ ਪਾਵੇਗਾ ਅੱਗੇ? ਕਿਉਂਕਿ ਜਿਨ੍ਹਾਂ ਤੋਂ ਇਨਸਾਫ ਦੀ ਅਸੀਂ ਉਮੀਦ ਕਰ ਰਹੀ ਹੁੰਦੀ, ਜਾਂ ਜਿਹੜੇ ਨੀਤੀ ਘਾੜੇ ਹੁੰਦੇ ਆ, ਜਦੋਂ ਉਹਨਾਂ ਦੀ ਹੀ ਇਸ ਵੇਲੇ ਕਿਉਂਕਿ ਸੋਚ ਜਿਹੜੀ ਆ ਉਹ ਪੰਜਾਬ ਦੇ ਉਲਟ ਹੋ ਜਾਵੇ ਤਾਂ ਨੁਕਸਾਨ ਤਾਂ ਤੈਅ ਹੈ। ਦੇਖੋ, ਪੰਜਾਬ ਦੇ ਉਲਟ ਸਦਾ ਸੋਚ ਰਹੀ ਹੈ। ਮਾਸਟਰ ਜੀ 1951 ਦੇ ਵਿੱਚ ਡਾਕਟਰ ਕਾਟਜੂ ਨੂੰ ਮਿਲੇ, ਜਿਹੜਾ ਕਿ ਉਸ ਵੇਲੇ ਹੋਮ ਮਿਨਿਸਟਰ ਸੀ। ਉਹ ਮਾਸਟਰ ਜੀ ਨੂੰ ਕਹਿੰਦਾ, ਮਾਸਟਰ ਜੀ ਨੇ ਕਿਹਾ ਕਿ ਬਈ ਪੰਜਾਬੀ ਸੂਬਾ ਤੁਸੀਂ ਤਾਂ ਕਹਿੰਦੇ ਸੀ ਇਹ ਬਣਾਉਣਾ ਹੈ, ਬੋਲੀ ਦੇ ਆਧਾਰ 'ਤੇ ਸੂਬੇ ਬਣਾ, ਸਾਡਾ ਪੰਜਾਬੀ ਸੂਬਾ ਬਣਾ ਦਿਓ। ਮਾਸਟਰ ਜੀ ਆਪ ਤੋਂ ਜਿੰਨਾ ਜੈਸੀ ਬਾतें करते हैं। मास्टर जी कहते काटजू जी आप औरंगजेब जैसी बातें करते हैं। जिन्ना अपनी कौम को बचाना चाहता था, ये फिरका परस्ती नहीं है। औरंगजेब दूसरी कौम को मारना चाहता था, वो फिरका परस्त था। उसने वो हार गया और जिन्ना जीत गया, उसने अपनी कौम बचा ली, औरंगजेब का सत्यानाश हो गया। ਤਾਂ ਤੁਸੀਂ ਇਹਨਾਂ ਦੀ ਫਿਰਕਾ ਪ੍ਰਸਤੀ ਉਦੋਂ ਚੱਲ ਰਹੀ ਹੈ। ਇਹ ਸਾਡੇ ਜਿਹੜੇ ਇਸ ਖਿੱਤੇ ਦੇ ਲੋਕ ਹਨਗੇ, ਇਹਨਾਂ ਦੇ ਵਿੱਚ ਫਿਰਕਾ ਪ੍ਰਸਤੀ ਹੈ ਨਹੀਂ। ਇਹ ਸਿਰਫ ਨਾ ਉਹ ਮਤਲਬ ਇੱਕ ਪਾ ਕੇ ਬੁਰਕਾ ਜਾਂ ਉਹ ਸਮਝੇ ਅਸੀਂ ਵੀ ਨਾਲ ਰਲ ਜਾਈਏ। ਇੱਥੇ ਜਦੋਂ ਨਾਅਰੇ ਲੱਗੇ ਸੀ ਨਾ, ਰਾਮ ਲਲਾ ਦੀ ਗੱਲ ਕਰਦੇ ਸੀਗੇ, ਤਾਂ ਸਾਡੇ ਹਿੰਦੂਆਂ ਨੂੰ ਤਾਂ ਇਹ ਨਹੀਂ ਸੀ ਪਤਾ ਵੀ ਇਹ ਲਲਾ ਕਹਿੰਦੇ ਆ ਕਿ ਲਾਲਾ ਕਹਿੰਦੇ ਆ। ਇੱਥੇ ਨਾਅਰੇ ਲਾਏ ਗਏ ਰਾਮ ਲਾਲਾ ਹੈ। ਤਾਂ ਇਹ ਇੱਥੇ ਇੰਨੀ ਫਿਰਕਾ ਪ੍ਰਸਤੀ ਹੈ ਨਹੀਂ। ਅਤੇ ਇਹ ਲੋਕ ਬਾਹਰੋਂ ਆਰਾ ਮਾਰ ਕੇ ਇਹਨਾਂ ਨੂੰ ਲਾ ਰਹੇ ਆ। ਹੁਣ ਇਹ ਲੋਕ ਜਿਹੜੇ ਹੈਗੇ, ਜਿੰਨੇ ਵੀ ਆ ਘਟਨਾਵਾਂ ਹੋ ਰਹੀਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਲੈ ਲਓ, ਬਈ ਤੁਸੀਂ ਇੱਕ ਕਿੱਥੋਂ ਦੀ ਸੂਰਮਗਤੀ ਹੈ ਕਿ ਇੱਕ ਤੁਸੀਂ ਗੁਰਦੁਆਰੇ ਦੇ ਵਿੱਚ ਵੜ ਕੇ, ਜਿੱਥੇ ਜੋ ਕੋਈ ਪੂਜਾ ਦਾ ਸਥਾਨ ਹੈ ਕਿਸੇ ਦਾ, ਤੁਸੀਂ ਉੱਥੇ ਜਾ ਕੇ ਅਤੇ ਅਨਅਟੈਂਡਡ ਜੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਪਈ ਹੈ, ਤੁਸੀਂ ਉਸ ਦੀ ਬੇਅਦਬੀ ਕਰਨ ਲੱਗ ਪੈਂਦੇ ਹੋ। ਇਹ ਕਿੱਥੋਂ ਦੀ ਮੈਂਟੈਲਿਟੀ ਹੈ? ਔਰ ਕਈ ਲੋਕ ਫੜੇ ਗਏ ਹੈ। ਔਰ ਮੈਂ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਅਖਬਾਰਾਂ ਦੇ ਵਿੱਚ ਦੇਖਿਆ, ਉਹ ਕਹਿੰਦੇ ਆ ਵੀ ਸਾਨੂੰ ਜਿਵੇਂ ਉੱਥੇ ਸਿੰਘੂ ਬਾਰਡਰ ਦੇ ਉੱਤੇ ਇੱਕ ਫੜਿਆ ਗਿਆ ਸੀ, ਉਸ ਨੇ ਕਿਹਾ ਜੀ ਮੇਰੇ ਵਰਗੇ ਪਤਾ ਨਹੀਂ ਕਿੰਨੇ 100 ਬੰਦੇ RSS ਨੇ ਭੇਜੇ ਹੋਏ ਹੈ ਕਿ ਜਾ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿਓ। ਸੋ ਇਹ ਲੋਕ ਕਰਵਾ ਰਹੇ ਨੇ ਔਰ ਇਹ ਫਿਰਕਾ ਪ੍ਰਸਤੀ ਨੂੰ ਹਵਾ ਦੇਣ ਵਾਸਤੇ ਕਰਵਾ ਰਹੇ ਨੇ, ਮਨੂ ਸਮ੍ਰਿਤੀ ਨੂੰ ਲਾਗੂ ਕਰਨ ਵਾਸਤੇ ਕਰਵਾ ਰਹੇ ਨੇ। ਔਰ ਇਹ ਲੋਕ ਉਸ ਨੂੰ ਹਿੰਦੂ ਰਾਸ਼ਟਰ ਕਹਿੰਦੇ ਨੇ। ਹਿੰਦੂ ਰਾਸ਼ਟਰ ਦੇ ਵਿੱਚ ਕੁਛ ਫਰਕ ਨਹੀਂ ਹੋਏਗਾ, ਇਹੋ ਹੀ ਕੁਛ ਹੋਏਗਾ ਜੋ ਅੱਜ ਹੈਗਾ। ਸਿਰਫ ਇਹ ਕਹਿੰਦੇ ਨੇ ਵੀ ਹਿੰਦੂ ਦਾ ਦਬਦਬਾ ਹੋਣਾ ਚਾਹੀਦਾ। ਦਬਦਬਾ ਹੋਰ ਕਿਸ ਤਰ੍ਹਾਂ ਹੁੰਦਾ? ਕੌਨਸਟੀਟਿਊਸ਼ਨ ਤੁਹਾਡੇ ਸੁਪਰੀਮ ਕੋਰਟ ਤੁਹਾਡੇ ਤੁਸੀਂ ਜੇ ਸੁਪਰੀਮ ਕੋਰਟ ਦੀ ਕੰਪੋਜੀਸ਼ਨ ਦੇਖੋ ਸ਼ੁਰੂ ਤੋਂ ਲੈ ਕੇ ਅੱਜ ਤੱਕ, ਤਾਂ ਬ੍ਰਾਹਮਣ ਡੋਮੀਨੇਸ਼ਨ ਰਹੀ ਆ ਉੱਥੇ। ਜਿੰਨੇ ਚੀਫ ਜਸਟਿਸ ਰਹੇ ਆ ਉਹ ਵੀ ਤੁਸੀਂ ਦੇਖ ਲਓ, ਉਹਨਾਂ ਦਾ ਵੀ ਇਹੀ ਹਾਲ ਹੈ। ਅਤੇ ਜੇ ਤੁਸੀਂ ਇਹ ਸਾਰੇ ਦੇ ਨਾਲ ਸੈਟਿਸਫਾਈਡ ਨਹੀਂ, ਫਿਰ ਹੋਰ ਕੀ ਹੋਏਗਾ ਇਸ ਤੋਂ ਬਾਅਦ? ਤਾਂ ਇਹ ਜਿਹੜਾ ਹੈਗਾ, ਇਹ ਮਸਲਾ ਪੰਜਾਬ ਵਾਸਤੇ ਇੱਕ ਚੁਣੌਤੀ ਵੀ ਹੈ ਅਤੇ ਪੰਜਾਬ ਵਾਸਤੇ ਇੱਕ ਬਹੁਤ ਵੱਡੀ ਓਪਰਚੁਨਿਟੀ ਵੀ ਹੈ, ਮੌਕਾ ਇੱਕ। ਅਸੀਂ ਲੋਕ ਇਹ ਫਿਰਕਾ ਪ੍ਰਸਤੀ ਨੂੰ ਨਹੀਂ ਮੰਨਦੇ। ਅਸੀਂ ਨਹੀਂ ਮੰਨਦੇ ਕਿ ਮੁਸਲਮਾਨਾਂ ਨੂੰ ਦਬਾ ਕੇ, ਅਤੇ ਅਸੀਂ ਨਹੀਂ ਮੰਨਦੇ ਵੀ ਤੁਸੀਂ ਗੁਰਦੁਆਰਾ ਗਿਆਨ ਗੋਦੜੀ ਢਾਹ ਲਓਗੇ, ਤੁਸੀਂ ਉੱਥੇ ਗਵਾਲੀਅਰ ਦਾ ਕਿਲ੍ਹਾ ਗੁਰਦੁਆਰਾ ਢਾਹ ਲਓਗੇ, ਜਾਂ ਤੁਸੀਂ ਮੇਰਠ ਵਾਲੇ 'ਤੇ ਕਬਜ਼ਾ ਕਰ ਲਓਗੇ ਤਾਂ ਤੁਸੀਂ ਬਹੁਤ ਮਹਾਨ ਹੋ ਜਾਓਗੇ। ਅਸੀਂ ਬਥੇਰੇ ਵੇਖੇ ਇਹੋ ਜਿਹੇ ਕਬਜ਼ੇ ਹੁੰਦੇ, ਡਾਂਗ ਮਾਰ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਉਹਨੂੰ ਮੰਦਰ ਬਣਾ ਲਿਆ। ਇਸ ਤਰ੍ਹਾਂ ਨਹੀਂ ਹੁੰਦਾ। ਇਹਦੇ ਨਾਲ ਕੁਛ ਨਹੀਂ ਹੋਣਾ। ਸਾਡੇ ਜਿਹੜਾ ਸਾਡਾ ਗੁਰੂ ਹੈ ਉਹ ਗਿਆਨ ਹੈ, ਉਹ ਸਾਡੇ ਮਨਾਂ ਦੇ ਵਿੱਚ ਵਸਿਆ ਹੋਇਆ, ਸਾਡੇ ਦਿਮਾਗ ਦੇ ਵਿੱਚ ਹੈ। ਅਸੀਂ ਉਸ ਦੀ ਸਿੱਖਿਆ ਨੂੰ ਭੁੱਲ ਨਹੀਂ ਸਕਦੇ, ਕਿਉਂਕਿ ਅਸੀਂ ਵੀ ਆਹੀ ਕੁਛ ਹਰੀਜਨ ਹੁੰਦੇ ਸਾਂ, ਅਸੀਂ ਵੀ ਦਲਿਤ ਹੁੰਦੇ ਸਾਂ। ਅਸੀਂ ਜੇ ਸਰਦਾਰ ਬਣਾਇਆ ਆਪਣੇ ਆਪ ਨੂੰ ਤਾਂ ਗੁਰੂ ਦੇ ਗਿਆਨ ਦੇ ਨਾਲ, ਉਸ ਦੇ ਆਧਾਰ ਦੇ ਉੱਤੇ ਬਣਾਇਆ।
ਅਸੀਂ ਜੁੱਤੀਆਂ ਦੀ ਨੋਕ ਤੋਂ ਆਪਣੇ ਆਪ ਨੂੰ ਫੜ ਕੇ ਚੁੱਕਿਆ। ਅਸੀਂ ਲੋਕ ਜਾਣਦੇ ਹਾਂ ਅਸੀਂ ਕੀ ਕਰ ਰਹੇ ਹਾਂ। ਸਾਡੇ ਵਾਸਤੇ ਬਹੁਤ ਵੱਡੀ ਓਪਰਚੁਨਿਟੀ ਹੈ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਹੁਣ ਦੇਖੋ ਕਾਫੀ ਭਲਜੀ ਬਣ ਗਈ ਸੀ ਜਿਸ ਵੇਲੇ ਇਹ ਅਕਾਲੀ ਮੋਰਚਾ ਚੱਲਿਆ ਸੀਗਾ, ਦਲ ਕਿਸਾਨ ਮੋਰਚਾ। ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਹੁਣ ਉੱਥੇ ਪਤਾ ਲੱਗਿਆ ਸੀਗਾ ਵੀ ਸਾਰਿਆਂ ਦਾ ਦੁੱਖ ਦਰਦ ਤਾਂ ਇੱਕੋ ਹੀ ਹੈ। ਤੁਸੀਂ ਐਵੇਂ ਆਪਣੇ ਪੱਗ ਬੰਨ੍ਹ ਕੇ ਬੰਨ੍ਹਣ ਵਾਲੇ ਨੂੰ ਫਰਕ ਸਮਝੀ ਜਾਓ ਤਾਂ ਗੱਲ ਵੱਖਰੀ ਹੈ, ਲੇਕਿਨ ਸਾਰਿਆਂ ਦਾ ਦੁੱਖ ਦਰਦ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਹੈ। ਇਹਨਾਂ ਨੂੰ ਜਾ ਕੇ ਉਹਨਾਂ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਔਰ ਇਹਨਾਂ ਨੂੰ ਆਪਣੀ ਆਲਟਰਨੇਟ ਪੋਲੀਟੀਕਲ ਮੂਵਮੈਂਟ ਚਲਾਉਣੀ ਚਾਹੀਦੀ ਹੈ। ਸਰ ਜਿੱਦਾਂ ਤੁਸੀਂ ਤੁਹਾਡਾ ਗੱਲ ਕਰ ਲਈ, ਤੁਸੀਂ ਬੜੇ ਸਿਸਟਮ ਦੇ ਵਿੱਚ ਰਹੇ ਹੋ, ਤੁਹਾਨੂੰ ਪਤਾ ਹੈਗਾ ਸਿਸਟਮ ਕਿਵੇਂ ਵਰਕ ਕਰਦਾ ਹੈਗਾ। ਇਹ ਜਿਹੜੀ ਬੇਅਦਬੀ ਦੀ ਘਟਨਾ 2015 ਤੋਂ ਅਸੀਂ 2022 ਦਾ ਜ਼ਿਕਰ ਕਰ ਰਹੇ ਸੀ, ਆਪਾਂ ਸ਼ੁਰੂਆਤ ਦੇ ਵਿੱਚ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਚਿੱਠੀ ਲਿਖੀ ਵੀ ਜਾਂਚ ਸਹੀ ਨਹੀਂ ਹੋ ਰਹੀ, ਅਦਾਲਤ ਦੇ ਵਿੱਚ ਜਾ ਕੇ ਵੀ ਕਿਹਾ ਕਿ ਮੈਨੂੰ ਪਾਰਟੀ ਬਣਾਇਆ ਜਾਵੇ ਕਿਉਂਕਿ ਮੈਂ ਇਸ ਮਾਮਲੇ ਦੇ ਨਾਲ ਜੁੜਿਆ ਰਿਹਾ ਹੈਗਾ। ਲੱਗਦਾ ਕਿ ਮੌਜੂਦਾ ਸਰਕਾਰ ਲਈ ਵੀ ਚੁਣੌਤੀ ਹੈ ਕਿਉਂਕਿ ਅਕਾਲੀ ਸਰਕਾਰ ਰਹੀ, ਉਹਨਾਂ ਤੋਂ ਲੋਕਾਂ ਨੇ ਉਮੀਦਾਂ ਕੀਤੀਆਂ ਸ਼ਾਇਦ ਇਨਸਾਫ ਦਿਵਾਉਣ, ਪਰ ਬਾਅਦ ਵਿੱਚ ਉਹਨਾਂ ਤੇ ਇਲਜ਼ਾਮ ਲੱਗਣ ਲੱਗ ਪਏ। ਕਾਂਗਰਸ ਇਸੇ ਵਾਅਦੇ ਨਾਲ ਸੱਤਾ ਦੇ ਵਿੱਚ ਆਈ ਤਾਂ 5 ਸਾਲ ਉਹਨਾਂ ਨੇ ਵੀ ਕੁਝ ਨਹੀਂ ਕੀਤਾ। ਹੁਣ ਆਮ ਆਦਮੀ ਪਾਰਟੀ ਕਹਿੰਦੇ ਇੱਥੇ ਵੀ ਉਹੀ ਚੱਲ ਰਿਹਾ ਹਲੇ। ਹਰਦੀਪ ਜੀ, ਇਹ ਗੱਲ ਬੜੀ ਸਪਸ਼ਟ ਹੈ। ਮੈਂ ਇਹ ਸ਼ੁਰੂ 'ਚ ਆਪਾਂ ਕਿਉਂਕਿ ਸ਼ੁਰੂ ਤੋਂ ਲੈਣਾ ਸੀ, ਇਸ ਕਰਕੇ ਉਹ ਐਕਸਪਲੇਨੇਸ਼ਨ ਵੀ ਤਾਂ ਹੀ ਮਿਲਦਾ ਸਾਨੂੰ, ਉਸ ਦਾ ਕੋਈ ਸਾਨੂੰ ਸਮਝ ਵੀ ਤਾਂ ਹੀ ਆਉਂਦੀ ਹੈ ਮਸਲੇ ਦੀ ਜੇ ਅਸੀਂ ਸ਼ੁਰੂ ਤੋਂ ਕਰੀਏ। ਹੁਣ ਇਹ ਫਿਰਕਾ ਪ੍ਰਸਤੀ ਜਿਹੜੀ ਹੈਗੀ, ਜਿਹੜੀ ਮਨੂ ਸਮ੍ਰਿਤੀ ਹੈ, ਉਸ ਨੂੰ ਲਾਗੂ ਕਰਨ ਵਾਸਤੇ ਲੋਕਾਂ ਨੂੰ ਬੇਦਲ ਕਰਨਾ ਹੈ, ਲੋਕਾਂ ਨੂੰ ਹਰਾਸ ਕਰਨਾ ਹੈ, ਲੋਕਾਂ ਨੂੰ ਦੱਸਣਾ ਹੈ ਤੁਹਾਡੇ ਤੁਸੀਂ ਕੱਖ ਨਹੀਂ ਕਰ ਸਕਦੇ, ਤੁਸੀਂ ਆਪਦੇ ਇਸ਼ਟ ਦੀ ਰੱਖਿਆ ਨਹੀਂ ਕਰ ਸਕਦੇ। ਉਹ ਹੁਣ ਪਹਿਲੀ ਸਰਕਾਰ ਬਾਦਲ ਦੀ, ਅਸੀਂ ਤਾਂ ਜੀ ਹੁਕਮ ਨਹੀਂ ਦਿੱਤਾ, ਚੀਫ ਮਿਨਿਸਟਰ ਨੇ ਹੁਕਮ ਨਹੀਂ ਦਿੱਤਾ ਫਾਇਰਿੰਗ ਦਾ, ਹੋਮ ਮਿਨਿਸਟਰ ਨੇ ਹੁਕਮ ਨਹੀਂ ਦਿੱਤਾ ਫਾਇਰਿੰਗ ਦਾ, ਤਾਂ ਫਾਇਰਿੰਗ ਆਪਣੇ ਆਪ ਹੋ ਗਈ। ਫਿਰ ਉਸ ਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਇਸ ਦਾ ਮਤਲਬ ਇਹ ਹੈਗਾ, ਜਿਹੜੀ ਮੇਰੀ ਸਟੱਡੀ ਹੈ 1984 ਤੋਂ ਬਾਅਦ ਖਾਸ ਤੌਰ ਦੇ ਉੱਤੇ ਔਰ ਉਸ ਤੋਂ ਪਹਿਲਾਂ, ਇਹ ਸਾਰਾ ਹੋਮ ਡਿਪਾਰਟਮੈਂਟ ਕੇਂਦਰੀ ਸਰਕਾਰ ਦੇ ਅਧੀਨ ਹੈ। ਇਹ ਐਵੇਂ ਆਪਣੇ ਇੱਥੇ ਬੁੱਤ ਬਣਾ ਕੇ ਬੈਠ ਜਾਂਦੇ ਆ, ਕੁਰਸੀਆਂ 'ਤੇ ਬੈਠੇ ਨੇ, ਇਹਨਾਂ ਦੇ ਹੱਥ ਦੇ ਵਿੱਚ ਕੋਈ ਪਾਵਰ ਨਹੀਂ। ਉਹ ਲੋਕ ਪਿੱਛੋਂ ਕਰ ਰਹੇ ਸਾਰਾ ਕੁਛ। ਇੱਕ ਵਾਰੀ ਇਹ ਵੈਰੀਫਾਈ ਵੀ ਹੋ ਗਿਆ ਸੀ ਨਿਰਮਲ ਮੁਖਰਜੀ ਦੇ ਨਾਲ ਡਿਸਕਸ਼ਨ ਦੇ ਵਿੱਚ। ਸੋ ਗੱਲ ਇਹ ਹੈਗੀ ਕਿ ਇਹ ਜਿਹੜੇ ਲੋਕ, ਬਾਦਲ ਕਹਿੰਦਾ ਜੀ ਮੈਂ ਬੜੀ ਟਰਾਈ ਕੀਤੀ ਇਹਨਾਂ ਨੂੰ ਪਨਿਸ਼ਮੈਂਟ ਦੇਣ ਦੀ, ਉਹ ਕਮਿਸ਼ਨ ਬਣਾਇਆ। ਉਸ ਤੋਂ ਬਾਅਦ ਉਹ ਕਹਿੰਦਾ ਹੈ ਕੈਪਟਨ ਕਿ ਮੈਂ ਰਣਜੀਤ ਸਿੰਘ ਕਮਿਸ਼ਨ ਬਣਾਇਆ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਗਈ, ਰਣਜੀਤ ਸਿੰਘ ਨੇ ਆਪਣੀ ਕਿਤਾਬ ਵੀ ਛਾਪਤੀ ਇਸ ਵਿਸ਼ੇ ਦੇ ਉੱਤੇ। ਹੁਣ ਸਾਰਾ ਅਸੀਂ ਵੀ ਥੋੜ੍ਹਾ ਮੋਟਾ ਉਦਮ ਕਰਕੇ, ਦੋ ਬੰਦਿਆਂ ਨੇ, ਅਸੀਂ ਵੀ ਇਹਦਾ ਬੇਅਦਬੀ ਦਾ ਕੱਚਾ ਚਿੱਠਾ ਜੋ ਉਹ ਛਾਪਤਾ। ਇਹ ਸਾਰੇ ਪੰਜਾਬ ਨੂੰ, ਹਰ ਇੱਕ ਆਦਮੀ ਨੂੰ ਕਲੀਅਰ ਹੈ ਕਿ ਕੌਣ ਇਸ ਦੇ ਵਾਸਤੇ ਜ਼ਿੰਮੇਵਾਰ ਹੈ। ਇਹ ਜੇ ਨਹੀਂ ਦੇ ਸਕ ਰਹੇ, ਉਹ ਕਹਿੰਦਾ ਮੈਂ ਬੜੀ ਸਿੰਸੀਅਰ ਟਰਾਈ ਕੀਤੀ, ਉਹ ਕਹਿੰਦਾ ਮੈਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਮੈਂ ਤਾਂ ਆਪਣਾ ਸਿਰ ਧੜ ਦੀ ਬਾਜੀ ਲਾਦੀ ਸੀ। ਇਹ ਕਹਿੰਦੇ ਆ ਕਿ ਅਸੀਂ ਤਾਂ ਆਏ ਹੀ ਇਸ ਪੋਜੀਸ਼ਨ ਦੇ ਵਿੱਚ ਹਾਂ, ਇਸੇ ਦਾ ਲਾਭ ਉਠਾ ਕੇ ਤੇ ਅਸੀਂ ਇਸ ਦਾ ਜ਼ਰੂਰ ਕਰਨਾ, ਤੇ ਕਰ ਕੋਈ ਵੀ ਨਹੀਂ ਸਕ ਰਿਹਾ। ਹੁਣ ਇਹ ਫਰੈਂਕਲੀ ਸਾਨੂੰ ਦੱਸਣ ਵੀ ਇਹਨਾਂ ਨੂੰ ਹੋਇਆ ਕੀ ਹੈ, ਕੀ ਕਾਰਨ ਹੈ ਕਿ ਇਹ ਕੁਝ ਕਰ ਨਹੀਂ ਸਕ ਰਹੇ। ਵੈਸੇ ਤੁਹਾਨੂੰ ਕੀ ਲੱਗਦਾ ਕਿੱਥੇ ਗੱਲ ਕਿੱਥੇ ਅੜੀ ਹੈ? ਕਿਉਂਕਿ ਇਹਨਾਂ ਨੇ ਤਾਂ ਕਿਹਾ ਸੀ ਸਾਰੇ ਸਬੂਤ ਹੈਗੇ, 24 ਘੰਟਿਆਂ 'ਚ ਅਸੀਂ ਮਸਲਾ ਹੱਲ ਕਰ ਦਾਂਗੇ। ਸਬੂਤ ਤੁਹਾਡੇ ਕੋਲ ਵੀ ਹੈਗੇ, ਮੇਰੇ ਕੋਲ ਵੀ ਹੈਗੇ, ਸਾਰੀਆਂ ਕਿਤਾਬਾਂ ਦੇ ਵਿੱਚ ਹੈਗੇ, ਇਨਕੁਆਇਰੀ ਰਿਪੋਰਟਸ ਦੇ ਵਿੱਚ ਹੈਗੇ, ਪੁਲਿਸ ਰਿਪੋਰਟਸ ਦੇ ਵਿੱਚ ਆਉਣਗੇ, ਹਰ ਜਗ੍ਹਾ ਦੇ ਉੱਤੇ ਸਬੂਤ ਪਏ ਆ, ਸਾਹਮਣੇ ਆ ਸਾਰਿਆਂ ਦੇ। ਇਹ ਇਸ ਕਰਕੇ ਨਹੀਂ ਸਕ ਰਹੇ। ਤੁਸੀਂ ਦੇਖੋ ਵੀ ਸੁਮੇਧ ਸੈਣੀ ਨੂੰ ਅੱਧੀ ਰਾਤ ਹਾਈ ਕੋਰਟ ਲੱਗ ਕੇ ਤੇ ਜ਼ਮਾਨਤ ਕੀਤੀ ਜਾਂਦੀ ਹੈ ਔਰ ਕੱਢਿਆ ਜਾਂਦਾ ਉਹਦੇ ਵਿੱਚੋਂ। ਇਹ ਕੋਈ ਹੋਰ ਮੈਨੇਜ ਕਰ ਰਿਹਾ ਹੈ, ਇਹ ਕਨਫੈਸ ਕਰਨ, ਸਾਰੇ ਪੰਜਾਬ ਨੂੰ ਦੱਸਣ ਕਿ ਭਾਈ ਭਰਾਓ ਸਾਡੇ ਵੱਸ ਕੁਛ ਨਹੀਂ, ਅਸੀਂ ਗੁਲਾਮ ਹਾਂ ਔਰ ਜਿਹੜਾ ਸਾਡਾ ਮਾਲਕ ਆ, ਆਕਾ ਹੈ, ਉਸ ਦਾ ਹੁਕਮ ਇਹ ਹੈ ਕਿ ਇੱਥੇ ਫਿਰਕਾਪ੍ਰਸਤੀ ਚੱਲਣੀ ਚਾਹੀਦੀ। ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਹਾਲੇ ਵੀ, ਚਲੋ ਅਕਾਲੀ ਸਰਕਾਰ ਸਮੇਂ ਜਾਂ ਕਾਂਗਰਸ ਦੀ ਸਰਕਾਰ ਸਮੇਂ ਤਾਂ ਮੰਨਿਆ, ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵੀ ਗ੍ਰਹਿ ਵਿਭਾਗ ਕੇਂਦਰ ਦੇ ਅੰਡਰ ਚੱਲ ਰਿਹਾ। ਬਿਲਕੁਲ ਕੇਂਦਰ ਦੇ ਅੰਦਰ ਚੱਲ ਰਿਹਾ। ਇਹਨਾਂ ਦੇ ਕੋਲ ਕੱਖ ਨਹੀਂ ਵਿਚਾਰਿਆਂ ਦੇ। ਇਹ ਆਪਣਾ ਥੋੜ੍ਹੀ ਦੇਰ ਤਾਂ ਫੂੰ ਫਾਂ ਜੀ ਰੱਖਣਗੇ, ਇੱਧਰ ਉੱਧਰ ਸਮਝਣਗੇ ਵੀ ਅਸੀਂ ਬਹੁਤ ਕੁਛ ਕਰ ਰਹੇ ਹਾਂ, ਲੇਕਿਨ ਇਹਨਾਂ ਨੂੰ ਇਵੈਂਚੁਅਲੀ ਜਦੋਂ ਪਤਾ ਲੱਗੇਗਾ ਕਿ ਸਾਡੇ ਹੱਥ ਕੋ ਕੁਛ ਵੀ ਨਹੀਂ ਹੈ, ਫਿਰ ਇਹਨਾਂ ਨੂੰ ਹੋਸ਼ ਆਏਗੀ ਕੋਈ 2-2.5 ਸਾਲ ਬਾਅਦ। ਹੁਣ ਇਹਨਾਂ ਦੇ ਕੋਲੇ ਕੀ ਪਾਵਰ ਹੈ? ਜੇ ਫਰਜ਼ ਕਰੋ ਹਰ ਇੱਕ ਕਿਸਮ ਦਾ ਸਬੂਤ ਹੁੰਦਿਆਂ ਹੋਇਆਂ ਇਹ ਕੱਖ ਨਹੀਂ ਕਰ ਪਾ ਰਹੇ, ਔਰ ਇਹ ਕਹਿੰਦੀ ਆ ਵੀ ਅਸੀਂ ਤਾਂ ਬਣੇ ਹੀ ਇਸ ਵਾਸਤੇ ਹਾਂ। ਹੁਣ ਇਹ ਕੁੰਵਰ ਵਿਜੇ ਪ੍ਰਤਾਪ ਦੀ ਚਿੱਠੀ ਦੇ ਉੱਤੇ ਕਈ ਲੋਕ ਇਤਰਾਜ਼ ਕਰਦੇ ਆ ਜੀ,
ਹੋਮ ਮਿਨਿਸਟਰ ਬਣਨਾ ਚਾਹੁੰਦਾ ਹੈ। ਬਈ ਇਹ ਲੋਕ ਰਾਜ ਹੈ, ਚੁਣਿਆ ਹੋਇਆ ਬੰਦਾ ਹੈ, ਕੋਈ ਵੀ ਬਣਨਾ ਚਾਹੀਦਾ। ਇਸ ਕੀ ਗੁਨਾਹ ਕੀ ਹੈ? ਜਿਹੜਾ ਸਮਝ ਰੱਖਦਾ ਉਹ ਤਾਂ ਬਣਨਾ ਚਾਹੀਦਾ। ਹਾਂ, ਮਿਹਣਾ ਕਾਹਦਾ ਹੈ? ਇਸ ਦਾ ਕੀ ਮਿਹਣਾ ਹੈ? ਜੇ ਤੁਸੀਂ ਇਹ ਸਮਝਦੇ ਹੋ ਕਿ ਕੁੰਵਰ ਵਿਜੇ ਪ੍ਰਤਾਪ ਨੇ ਕੋਈ ਚੰਗੇ ਪੁਆਇੰਟਸ ਅਰੇਂਜ ਕੀਤੇ ਹੈ ਤਾਂ ਉਹ ਤੁਸੀਂ ਉਸ ਦਾ ਜਵਾਬ ਦਿਓ। ਨਹੀਂ, ਤੁਸੀਂ ਉਸ ਦੀ ਸਲਾਹ ਲੈ ਕੇ ਜੋ ਵੀ ਤੁਸੀਂ ਆਪਣਾ, ਜੇ ਤੁਹਾਡੇ ਹੱਕ 'ਚ ਹੀ ਹੈ ਨਾ ਉਹ ਗੱਲ ਕਿ ਤੁਸੀਂ ਮਸਲੇ ਨੂੰ ਹੱਲ ਕਰੋ ਤੇ ਲੋਕਾਂ ਦੀ ਪਲ ਖੱਟੋ। ਜਿਨ੍ਹਾਂ ਲੋਕਾਂ ਨੇ ਤੁਹਾਨੂੰ ਚੁਣ ਕੇ ਇਸ ਵਾਸਤੇ ਭੇਜਿਆ, ਭੋਲੇ ਭਾਲੇ ਲੋਕਾਂ ਨੇ, ਵੀ ਸ਼ਾਇਦ ਇਹ ਸਾਡੀ ਮਦਦ ਕਰਨਗੇ, ਇਹ ਸਾਰੇ ਮਸਲੇ ਨੂੰ ਹੱਲ ਕਰਨਗੇ। ਨਾ ਤਾਂ ਬੇਦਬੀਆਂ ਰੁਕ ਰਹੀਆਂ ਤੇ ਨਾ ਹੀ ਮਸਲੇ ਦਾ ਹੱਲ ਨਿਕਲ ਰਿਹਾ। ਇਸ ਦਾ ਮਤਲਬ ਸਿੱਧਾ ਸਪਸ਼ਟ ਕਲੀਅਰ ਇਹ ਹੈ ਕਿ ਇਹਨਾਂ ਦੇ ਕੋਲੇ ਕੋਈ ਪਾਵਰ ਨਹੀਂ, ਔਰ ਕਿਸੇ ਦੇ ਕੋਲੇ ਵੀ ਕੋਈ ਪਾਵਰ ਨਹੀਂ ਸੀ। ਇਹ ਸਾਰੇ ਲੋਕ ਉਹਨਾਂ ਕੋਲੋਂ ਹੁਣ ਆਮ ਆਦਮੀ ਪਾਰਟੀ ਦਾ ਤਾਂ ਇਹ ਅਜੇ ਤਾਈਂ ਮਨੋਰਥ ਪਤਾ ਨਹੀਂ ਲੱਗਿਆ ਵੀ ਇਹ ਮਨੋਰਥ ਮੇਰੇ ਖਿਆਲ 'ਚ ਹੈ ਨਹੀਂ, ਲੇਕਿਨ ਕੈਪਟਨ ਦਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਇਹ ਮਨੋਰਥ ਸੀ ਕਿ ਸਾਨੂੰ ਤੁਸੀਂ ਪੈਸੇ ਦੇਈ ਜਾਓ, ਸਾਨੂੰ ਆਪਦੇ ਘਰ ਭਰਨ ਦਿਓ, ਸਾਨੂੰ ਆਪਦੀ ਜਾਇਦਾਦ ਬਣਾਉਣ ਦਿਓ, ਸਾਨੂੰ ਮਹਿਲ ਉਸਾਰਨ ਦਿਓ, ਸਾਨੂੰ ਤੁਸੀਂ ਜੋ ਕਰਨਾ ਕਰੀ ਜਾਓ ਪੰਜਾਬ ਦੇ ਵਿੱਚ, ਜੋ ਜਿਸ ਤਰ੍ਹਾਂ ਬੀਤੀ ਜਾਊਗੀ ਹੋਈ ਜਾਏਗੀ। ਇਹ ਬਣ ਜਾਣਗੇ 5 ਸਾਲ ਫਿਰ ਅਸੀਂ ਬਣ ਜਾਵਾਂਗੇ, ਕੋਈ ਸਾਡਾ ਚੱਲਦਾ ਰਹੇਗਾ। ਤੇ ਇਸ ਤਰ੍ਹਾਂ ਦੀ ਅਰੇਂਜਮੈਂਟ ਉਹਨਾਂ ਨੇ ਆਪਣੇ ਆਪ ਨਾਲ ਕੀਤੀ ਹੋਈ ਸੀਗੀ। ਹੁਣ ਇਹ ਨਵੀਂ ਪਾਰਟੀ ਹੈ, ਇਹ ਕਹਿੰਦੀ ਹੈ ਵੀ ਅਸੀਂ ਲੋਕਾਂ ਦਾ ਦਰਦ ਸਮਝਦੇ ਹਾਂ। ਜੇ ਲੋਕਾਂ ਦਾ ਦਰਦ ਸਮਝੀਏ ਤਾਂ ਇਹ ਦੱਸਣ ਕਿ ਹਰ ਇੱਕ ਸਬੂਤ ਜੋ ਵੀ, ਮੈਂ ਵੀ ਹੁਣ ਥੋੜ੍ਹਾ ਬਹੁਤ ਕੌਨਸਟੀਟਿਊਸ਼ਨ ਵੀ ਪੜ੍ਹੀ ਆ, ਲਾਅ ਵੀ ਪੜ੍ਹਿਆ, ਮੈਂ ਮਾੜਾ ਮੋਟਾ ਕਾਨੂੰਨ ਨੂੰ ਜਾਣਦਾ ਵੀ ਹਾਂ, ਤੇ ਲੋਕਾਂ ਨਾਲ, ਤੁਹਾਡੇ ਵਰਗੇ ਸਿਆਣੇ ਬੰਦਿਆਂ ਨਾਲ ਡਿਸਕਸ਼ਨ ਵਗੈਰਾ, ਤੇ ਮੈਨੂੰ ਪਤਾ ਹੈ ਕਿ ਹਰ ਇੱਕ ਸਬੂਤ ਤੁਹਾਡੇ ਕੋਲ ਮੌਜੂਦ ਹੈ। ਤੁਸੀਂ ਉਸ ਦੇ ਬਾਵਜੂਦ ਕਿਉਂ ਨਹੀਂ ਦੇ ਸਕ ਰਹੇ ਸਾਨੂੰ ਇਨਸਾਫ? ਇਹ ਸਾਨੂੰ ਦੱਸੋ। ਇਧਰ ਉਧਰ ਕੀ ਬਾਤ ਮਤ ਕਰ, ਤੂੰ ਸਾਨੂੰ ਦੱਸ ਕਿ ਕਾਫਲਾ ਸਾਡਾ ਲੁੱਟਿਆ ਕਿਉਂ ਹੈ? ਕਿਸ ਨੇ ਲੁੱਟਿਆ ਸਾਡਾ ਕਾਫਲਾ? ਕਿਉਂ ਹੋ ਰਿਹਾ ਸਾਡੇ ਨਾਲ ਇਹ ਵਿਹਾਰ ਕਿ ਅਸੀਂ ਸਾਡੇ ਤੇ ਜ਼ੁਲਮ ਵੀ ਹੋਵੇ, ਮਜ਼ਲੂਮ ਵੀ ਅਸੀਂ, ਤੇ ਅਕਿਊਜ਼ਡ ਵੀ ਅਸੀਂ, ਤੇ ਇਹ ਟੌਰਚਰ ਵੀ ਅਸੀਂ ਸਹੀਏ। ਨਾਲ ਇਹ ਵੀ ਕਹਿ ਦਿੱਤਾ ਜਾਵੇ ਵੀ ਬੋਲਣ ਵੀ ਨਹੀਂ ਦੇਣਾ ਤੁਹਾਨੂੰ, ਤਾਂ ਉਹ ਵਾਲੀ ਗੱਲ ਹਾਂ, ਬਿਲਕੁਲ। ਸਰ, ਜਿਸ ਤਰੀਕੇ ਦੇ ਹੁਣ ਹਾਲਾਤ ਨੇ, ਇਹਨਾਂ ਦੇ ਵਿੱਚੋਂ ਇਹ ਵੀ ਚੀਜ਼ ਸਮਝਣ ਵਾਲੀ ਹੈ ਕਿ ਸਿੱਖ ਕੌਮ ਨੂੰ ਕੀ ਕਰਨਾ ਚਾਹੀਦਾ। ਕਿਉਂਕਿ ਇੱਕ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਚਲੋ ਜਿਹੜੀਆਂ ਤਾਕਤਾਂ ਦਿਖਾ ਰਹੀਆਂ ਕਿ ਅਸੀਂ ਸਿੱਖਾਂ ਦੇ ਹਮਾਇਤੀ ਹੈਗੇ, ਅਸੀਂ ਤੁਹਾਡਾ ਭਲਾ ਚਾਹੁੰਦੇ ਹਾਂ, ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ। ਇੱਕ ਪਾਸੇ ਤਾਂ ਸਿਆਸੀ ਜਮਾਤ ਇਹ ਕਹਿੰਦੀ ਹੈਗੀ ਆ, ਉਹ ਤਾਂ ਆਪਣੇ ਵੱਲੋਂ ਲਗਾਤਾਰ ਕਹਿੰਦੇ ਨੇ, ਜਿਹੜੇ ਸਿਰਮੌਰ ਆਗੂ ਬਣੇ ਹੋਏ ਨੇ ਉਹ ਵੀ ਇਹੀ ਚੀਜ਼ਾਂ ਕਹਿੰਦੇ ਨੇ। ਪਰ ਦੂਜੇ ਪਾਸੇ ਹਕੀਕਤ ਜਿਵੇਂ ਤੁਸੀਂ ਬਿਆਨ ਕਰ ਰਹੇ ਹੋ, ਜਾਂ ਲੋਕ ਦੇਖ ਰਹੇ ਨੇ, ਜਾਂ ਲੋਕ ਆਪਣੇ ਵੱਲੋਂ ਡੀਕੋਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਤਾਂ ਨਜ਼ਰ ਨਹੀਂ ਆ ਰਹੀ ਕਿ ਇਨਸਾਫ ਹੋ ਰਿਹਾ ਹੈਗਾ। ਤਾਂ ਇੱਥੇ ਸਿੱਖ ਕੌਮ ਦਾ ਫਰਜ਼ ਕੀ ਬਣਦਾ? ਉਹਨਾਂ ਨੂੰ ਕੀ ਕਰ ਲੈਣਾ ਚਾਹੀਦਾ ਹੈ? ਸਿੱਖ ਕੌਮ ਦਾ ਇੱਕੋ ਹੀ ਫਰਜ਼ ਹੈ, ਉਹ ਫਰਜ਼ ਗੁਰੂ ਨੇ ਇਹਨਾਂ ਦੇ ਜ਼ਿੰਮੇ ਲਾਇਆ ਹੋਇਆ ਕਿ ਜਿੱਥੇ ਕਿਤੇ ਤੁਸੀਂ ਜ਼ਬਰਦਸਤੀ ਜ਼ੋਰ ਹੁੰਦਾ ਦੇਖਦੇ ਹੋ, ਉਸ ਦੀ ਹਮਾਇਤ ਦੇ ਵਿੱਚ ਖੜੋ। ਤੁਸੀਂ ਜਿਹੜਾ ਗੁਰੂ ਦਾ ਹੁਕਮ ਹੈ ਕਿ ਇਹ ਜਿਹੜੇ ਭਰਮ ਦੇ ਆਂਡੇ ਇਹਨਾਂ ਦੇ ਮਨਾਂ ਦੇ ਵਿੱਚ ਪਏ ਹੋਏ ਹੈ, ਭਰਮ, ਵਹਿਮ, ਔਰ ਇਹ ਮਨੂ ਸਮ੍ਰਿਤੀ, ਇਹ ਹਰੀਜਨ ਬਰਾਬਰ ਨਹੀਂ ਹੁੰਦੇ, ਇਹ ਨੀਵੀਆਂ ਜਾਤਾਂ, ਇਹ ਉੱਚੀਆਂ ਜਾਤਾਂ, ਫਲਾਨਾ, ਇਹ ਸਾਰਾ ਕੁਝ ਕੱਢੋ ਇਹਨਾਂ ਦੇ ਮਨਾਂ ਦੇ ਵਿੱਚੋਂ। ਸਿਰਫ ਇਸ ਵਾਸਤੇ ਸਿੱਖੀ ਦਾ ਜਨਮ ਹੋਇਆ ਹੈ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡੀ ਸਕ੍ਰਿਪਚਰ ਹੈ, ਔਰ ਅਸੀਂ ਉਸ ਦੇ ਕਸਟੋਡੀਅਨ ਹਾਂ। ਉਸ ਨੂੰ ਮਹਿਫੂਜ਼ ਕਰਕੇ ਤੇ ਇਹ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਕਿ ਆਹ ਅਸਲੀਅਤ ਹੈਗੀ। ਔਰ ਅੱਜ ਦੇ ਜ਼ਮਾਨੇ ਦੇ ਵਿੱਚ ਸਾਨੂੰ ਆਹ ਢੁਕਵੀਂ ਗੱਲ ਹੈ। ਗੁਰੂ ਅਰਜਨ ਪਾਤਸ਼ਾਹ ਕੀ ਫਰਮਾਉਂਦੇ ਨੇ ਕਿ ਫੂਟੋ ਆਂਡਾ ਭਰਮ ਕਾ। ਇਹ ਜਿਹੜੇ ਭਰਮ ਇਹਨਾਂ ਦੇ ਮਨਾਂ ਦੇ ਵਿੱਚ ਬੈਠੇ, ਅਸੀਂ ਜੀ ਉਹਦੇ ਬ੍ਰਹਮਾ ਦੇ ਮਸਤਕ ਤੋਂ ਪੈਦਾ ਹੋਏ ਹਾਂ, ਅਸੀਂ ਸੁਪੀਰੀਅਰ ਹਾਂ, ਅਸੀਂ ਫਲਾਨੀ ਚੀਜ਼ਾਂ, ਇਹਨਾਂ ਦੀ ਸੁਪੀਰੀਅਰਿਟੀ ਇੱਥੇ ਸਾਰੀ ਅਸੀਂ ਦੇਖ ਲਈ ਹੈ। ਸਦੀਆਂ ਤੋਂ ਦੇਖਦੇ ਚਲੇ ਆ ਰਹੇ ਹਾਂ। 5000 ਸਾਲਾਂ ਦੇ ਵਿੱਚ ਕੋਈ ਐਸਾ ਇੱਥੇ ਬੰਦਾ ਨਹੀਂ ਆਇਆ, ਚਾਹੇ ਉਹਦੇ ਕੋਲੇ ਥੋੜੀ ਫੌਜ ਸੀ, ਚਾਹੇ ਉਹ ਹੂਣ ਸਨ, ਚਾਹੇ ਉਹ ਸਾਰੇ ਇੱਕ ਬਿਲਕੁਲ ਹੀ ਨਖਿੱਧ ਸਨ, ਉਹਨਾਂ ਨੇ ਕਦੇ ਕੋਈ ਸੱਤਾ ਨਹੀਂ ਸੀ ਦੇਖੀ, ਕੋਈ ਉਹਨਾਂ ਦੀ ਸਿਵਲਾਈਜੇਸ਼ਨ ਨਹੀਂ ਸੀ। ਕੋਈ ਨਹੀਂ ਆਇਆ ਜਿਹਨੇ ਆ ਕੇ ਇੱਥੇ ਹਮਲਾ ਕੀਤਾ ਤੇ ਸਾਡੇ ਤੇ ਰਾਜ ਨਹੀਂ ਕੀਤਾ। ਇਹ ਜਿਹੜੀ ਇਹ ਬ੍ਰਹਮਾ ਦੇ ਮੂੰਹ ਤੋਂ ਉਪਜੇ ਤੇ ਬਾਹਾਂ ਤੋਂ ਉਪਜੇ, ਕਿੱਥੇ ਸੀਗੇ? 5000 ਸਾਲ ਇਹਨਾਂ ਨੇ ਉਹਨਾਂ ਨੂੰ ਰੋਕਿਆ ਕਿਉਂ ਨਹੀਂ? ਜੇ ਉਸ ਨੂੰ ਅੜਕ ਦੇ ਵਿੱਚ ਪਰਲੇ ਪਾਸੇ ਗਏ ਤਾਂ ਅਸੀਂ ਗਏ, ਗੁਰੂ ਦੇ ਉਪਦੇਸ਼ ਨੇ ਰੋਕਿਆ ਉਸ ਨੂੰ। ਤਾਂ ਇਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਲੋਕਾਂ ਨੂੰ ਕਿ ਹੁਣ ਵੀ ਗੁਰੂ ਦਾ ਉਪਦੇਸ਼ ਤੁਹਾਡੇ ਕਾਲਜੇ ਦੇ ਵਿੱਚ ਠੰਡ ਪਾਏਗਾ। ਇਹ ਜਿਹੜਾ ਆਂਡਾ ਹੈਗਾ ਭਰਮ ਦਾ, ਫੂਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸ, ਕਾਟੀ ਬੇੜੀ ਪਗਾਂ ਤੇ। ਇਹ ਜਿਹੜੀ ਬੇੜੀਆਂ ਪਾਈਆਂ ਹੋਈਆਂ ਨਾ ਤੁਸੀਂ, ਇਹਦੀਆਂ ਗੁਲਾਮੀ ਦੀਆਂ, ਸਿਆਸੀ ਗੁਲਾਮੀ ਦੀਆਂ, ਧਾਰਮਿਕ ਗੁਲਾਮੀ ਦੀਆਂ, ਆਰਥਿਕ ਗੁਲਾਮੀ ਦੀਆਂ, ਇਸ ਨੂੰ ਤੋੜ ਦਿਓ। ਫੂਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸ, ਕਾਟੀ ਬੇੜੀ ਪਗਾਂ ਤੇ ਗੁਰ ਕੀ ਨਹੀਂ ਬੰਦ ਖਲਾਸ। ਜਦੋਂ ਗੁਰੂ ਦੀ ਬੰਦ ਖਲਾਸ, ਗੁਰੂ ਤੁਹਾਨੂੰ ਬੰਦ ਖਲਾਸ ਕਰੇਗਾ ਨਾ, ਫਿਰ ਤੁਸੀਂ ਜਾਗੋਗੇ, ਫਿਰ ਤੁਸੀਂ
ਲੋਕਾਂ ਨੂੰ ਦੇਖੋਗੇ। ਔਰ ਫਿਰ ਇਹ ਜਿਹੜੇ ਆਉਂਦੇ ਸੀਗੇ 2000 ਸਾਲ 3000 ਸਾਲ ਤੋਂ ਜਿਹੜੇ ਧਾੜਵੀ ਆ ਰਹੇ ਸੀ ਲੁੱਟਣ, ਉਹ ਫਿਰ ਮੁੜ ਕੇ ਬੜੇ ਪੰਜਾਬ ਦੇ ਵਿੱਚ। ਸਰ ਆਖਰੀ ਸਵਾਲ ਤੁਹਾਨੂੰ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ, ਤਾਂ ਲੱਗਦਾ ਕਿ ਨਜ਼ਦੀਕੀ ਭਵਿੱਖ ਦੇ ਵਿੱਚ ਸਿੱਖਾਂ ਨੂੰ ਘੱਟੋ ਘੱਟ ਬੇਅਦਬੀ ਦਾ ਇਨਸਾਫ ਮਿਲ ਜੂਗਾ, ਜਾਂ ਕਿਉਂਕਿ ਬਾਕੀ ਤਾਂ ਬਹੁਤ ਸਾਰੇ ਮਸਲੇ ਲਗਾਤਾਰਤਾ ਦੇ ਵਿੱਚ ਚੱਲ ਰਹੇ ਨੇ, ਲੱਗਦਾ ਕਿ ਇਹ ਭਗਵੰਤ ਮਾਨ ਦੀ ਸਰਕਾਰ ਕੁਝ ਫੈਸਲਾ ਇਸ ਬਾਬਤ ਲੈ ਸਕੇਗੀ ਆਉਣ ਵਾਲੇ ਦਿਨਾਂ 'ਚ? ਭਗਵੰਤ ਮਾਨ ਦੀ ਸਰਕਾਰ ਜੇ ਲੈ ਸਕਦੀ ਹੋਵੇ ਤਾਂ ਮੇਰੇ ਖਿਆਲ 'ਚ ਹੁਣ ਤਾਂ ਇਹਨਾਂ ਨੇ ਲੈ ਲੈਣਾ ਸੀ ਫੈਸਲਾ। ਇਹਨਾਂ ਦੇ ਕੋਲੇ ਜੇ ਕੋਈ ਸ਼ਕਤੀ ਹੁੰਦੀ ਤਾਂ ਸ਼ਾਇਦ ਇਹ ਲੈ ਲੈਂਦੇ, ਸ਼ਾਇਦ ਇਹ ਦਿਲੋਂ ਮਨੋਂ ਚਾਹੁੰਦੇ ਵੀ ਹੋਣ, ਸ਼ਾਇਦ ਉਹ ਜਿਹੜੇ ਪਿਛਲੇ ਚਲੇ ਗਏ ਆ ਉਹ ਵੀ ਚਾਹੁੰਦੇ ਹੋਣ, ਵੀ ਦਿਲੋਂ ਮਨੋਂ ਚਾਹੁੰਦੇ ਹੋਣ ਵੀ ਅਸੀਂ ਇਸ ਦਾ ਫੈਸਲਾ ਕਰੀਏ, ਇਨਸਾਫ ਕਰੀਏ, ਲੇਕਿਨ ਇਹ ਨਹੀਂ ਕੁਝ ਵੀ ਕਰ ਸਕਦੇ। ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੀਆਂ ਅਦਾਲਤਾਂ, ਜਿਹੜੀ ਸਾਰਿਆਂ ਤੋਂ ਉੱਚੀ ਅਦਾਲਤ ਹੈ, ਉਹ ਤਾਂ ਫੈਸਲਾ ਇਹ ਦੇ ਰਹੀ ਹੈ ਕਿ ਲੋਕਾਂ ਦੀ ਜੀ ਆਸਥਾ ਹੈਗੀ, ਇਸ ਵਾਸਤੇ ਇੱਥੇ ਕਾਨੂੰਨ ਤੇ ਲਾਅ ਤੇ ਉਹ ਸਾਰਾ ਕੁਝ ਨਹੀਂ। ਹੁਣ 1993 ਵਾਲੇ ਕਾਨੂੰਨ ਨੂੰ ਮਥੁਰਾ ਦੇ ਵਿੱਚ ਇੱਥੇ ਹਰ ਜਗ੍ਹਾ ਡਿਫਾਈ ਹੋ ਰਿਹਾ, ਕੋਈ ਉਸ ਦੇ ਨਾਲ ਨਹੀਂ ਖੜ ਰਿਹਾ, ਨਾ ਕੋਈ ਸਿਪਾਹੀ, ਨਾ ਕੋਈ ਅਦਾਲਤ, ਨਾ ਕੋਈ ਸੁਪਰੀਮ ਕੋਰਟ, ਨਾ ਕੋਈ ਹਾਈ ਕੋਰਟ। ਇਹ ਕਿਸ ਤਰ੍ਹਾਂ ਦੀ ਵਿਵਸਥਾ ਹੈਗੀ? ਤਾਂ ਇਹ ਜਿਹੜੀ ਸ਼ਕਤੀ ਹੈ, ਕਿਸੇ ਹੋਰ ਸ਼ਕਤੀ ਦਾ ਕੇਂਦਰ ਕੋਈ ਹੋਰ ਹੈ। ਉਹ ਸ਼ਕਤੀ ਦਾ ਕੇਂਦਰ ਚਾਹੁੰਦਾ ਹੈ ਕਿ ਇੱਥੇ ਅਫਰਾ ਤਫਰੀ ਮੱਚੀ ਰਹੇ, ਇਹ ਆਪਸ ਦੇ ਵਿੱਚ ਲੜਾਈ ਕਰੀ ਜਾਣ, ਸਾਡਾ ਦਾਲ ਲੱਗਿਆ ਰਹੇ, ਮਨੂ ਸਮ੍ਰਿਤੀ। ਉਹਨਾਂ ਨੂੰ ਵੀ ਮਨੂ ਸਮ੍ਰਿਤੀ ਨਾਲ ਕੋਈ ਹੇਜ ਨਹੀਂ ਹੈ। ਤੁਸੀਂ ਸਮਝੋ ਵੀ ਬਹੁਤ ਪਿਆਰ ਕਰਦੇ ਹੋਣਗੇ, ਬਿਲਕੁਲ ਨਹੀਂ। ਉਹਨਾਂ ਨੂੰ ਸਿਰਫ ਇੱਕ ਇਨਸਟਰੂਮੈਂਟ ਹੈਗਾ ਉਹਨਾਂ ਦੇ ਵਾਸਤੇ ਕਿ ਅਸੀਂ ਇਸ ਨੂੰ ਲਾਗੂ ਕਰੀਏ ਤੇ ਇਸ ਦੇ ਉੱਤੇ ਸਦਾ ਵਾਸਤੇ ਰਾਜ ਕਰਦੇ ਰਹੀਏ। ਸਰ ਤੁਸੀਂ ਇਹ ਤਾਂ ਮਾਹੌਲ ਪਹਿਲਾਂ ਵੀ ਦੇਖਿਆ ਹੋਣਾ, ਵੱਡੇ ਵੱਡੇ ਆਗੂਆਂ ਦਾ ਜੇਲ੍ਹਾਂ ਦੇ ਵਿੱਚ ਜਾਣਾ। ਇਹ ਪੰਜਾਬ ਦੇ ਵਿੱਚ ਹੁਣ ਕਿਉਂਕਿ ਨਵੀਂ ਪੀੜ੍ਹੀ ਨੂੰ ਇਹ ਚੀਜ਼ਾਂ ਜ਼ਿਆਦਾ ਨਹੀਂ ਪਤਾ ਹੈਗੀਆਂ, ਕਿਉਂਕਿ ਜਿਹੜੀਆਂ ਚੀਜ਼ਾਂ ਪਹਿਲਾਂ ਹੋ ਗਈਆਂ, ਬਿਕਰਮ ਸਿੰਘ ਮਜੀਠੀਆ ਜੇਲ੍ਹ 'ਚ ਨੇ, ਹੁਣ ਨਵਜੋਤ ਸਿੰਘ ਸਿੱਧੂ ਕਨਵਿਕਟ ਹੋ ਕੇ ਜੇਲ੍ਹ 'ਚ ਪਹੁੰਚ ਗਏ, ਵੱਡੇ ਵੱਡੇ ਆਗੂ ਪੰਜਾਬ ਦੇ ਜੇਲ੍ਹ 'ਚ ਨੇ। ਅਕਾਲੀ ਦਲ ਹਾਸ਼ੀ ਤੇ ਆਇਆ ਹੋਇਆ ਪੰਜਾਬ ਦੇ ਵਿੱਚ, ਜਿਹੜਾ 1920 ਦੇ ਵਿੱਚੋਂ ਉਪਜਿਆ ਤੇ ਹੁਣ ਤੱਕ ਇੱਕ ਵੱਡੀ ਪਾਰਟੀ ਰਿਹਾ ਖੇਤਰੀ ਪਾਰਟੀ ਦੇ ਵਜੋਂ, ਤਾਂ ਉਹ ਆਪਣੇ ਹਾਸ਼ੀ ਤੇ ਪਹੁੰਚਿਆ ਹੋਇਆ। ਲੱਗਦਾ ਕਿ ਦੂਸਰੇ ਪਾਸੇ ਕਾਂਗਰਸ 'ਚ ਉਹਦੀ ਵੀ ਗਿਣਤੀ ਦੇ ਬੰਦੇ ਰਹਿ ਗਏ, ਤਾਂ ਇੱਕ ਬੜਾ ਅਜੀਬ ਜਿਹਾ ਮਾਹੌਲ, ਅਜੀਬ ਜਿਹੀ ਸਿਆਸਤ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ। ਦੇਖੋ, ਗੱਲ ਇਹ ਹੈਗੀ ਕਿ ਜਿਹੜੇ ਅਕਾਲੀ ਦਲ ਹੈ, ਇਹਨਾਂ ਨੇ ਤੇ ਆਪਣੇ ਪੈਰ ਦੇ ਉੱਤੇ ਆਪ ਕੁਹਾੜੀ ਮਾਰੀ ਹੈ। ਇਹਨਾਂ ਨੇ 1996 ਦੇ ਵਿੱਚ, ਜਿਸ ਵੇਲੇ ਇਸ ਨੂੰ ਆਪਣੇ ਅਕਾਲੀ ਦਲ ਨੂੰ, ਜਿਸ ਦਾ 75 ਸਾਲਾਂ ਦਾ ਇਤਿਹਾਸ ਸੀ ਉਸ ਵੇਲੇ, ਔਰ ਉਸ ਸਮੇਂ ਦੇ ਉੱਤੇ ਇਹਨਾਂ ਨੇ ਉਸ ਨੂੰ ਪੰਜਾਬੀ ਪਾਰਟੀ ਬਣਾ ਲਿਆ। ਇਹਨਾਂ ਨੇ ਜਿਸ ਵੇਲੇ ਪਹਿਲਾ ਜਲਸਾ ਸ਼ੁਰੂ ਕੀਤਾ, ਇਹਨਾਂ ਨੇ ਇੱਕ ਫਾਜ਼ਿਲਕਾ ਦੇ ਵਿੱਚ, ਤੇ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਬੁਲਾਇਆ, ਇਹ ਆਪ ਵੀ ਉੱਥੇ ਗਏ ਹੋਏ ਸੀਗੇ, ਮੈਨੂੰ ਬੁਲਾਇਆ, ਮੈਂ ਉੱਥੇ ਵਿਟਨੈਸ ਹਾਂ, ਮੈਂ ਦੇਖਿਆ। ਇਹਨਾਂ ਨੇ ਵਾਜਪਾਈ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ। ਤੁਸੀਂ ਜਦੋਂ ਆਪਣੇ ਬਲਬੂਤੇ ਦੇ ਉੱਤੇ, ਆਪਣੇ ਸਿਧਾਂਤ ਵਾਸਤੇ, ਆਪਣੇ ਸਿਧਾਂਤ ਨੂੰ ਪ੍ਰਚਾਰਨ ਵਾਸਤੇ, ਲੋਕਾਂ ਦੇ ਭਲੇ ਵਾਸਤੇ ਵੋਟ ਹੀ ਨਹੀਂ ਮੰਗ ਸਕਦੇ, ਤੇ ਤੁਸੀਂ ਕਾਹਦੇ ਪੋਲੀਟੀਕਲ ਪਾਰਟੀ ਹੋ? ਫਿਰ ਲੋਕਾਂ ਨੇ ਸਮਝਿਆ ਜੇ ਅਸੀਂ ਉਹਨਾਂ ਨੂੰ ਹੀ, ਉਹਨਾਂ ਦੇ ਨਾਂ ਤੇ ਇਹਨਾਂ ਨੂੰ ਪਾਉਣੀ ਹੈ, ਤੇ ਫਿਰ ਸਿੱਧੀਆਂ ਉਹਨਾਂ ਨੂੰ ਪਾ ਦਈਏ। ਇਹਨਾਂ ਨੇ ਤਾਂ ਆਪਣੇ ਆਪ ਪੈਰਾਂ ਦੇ ਉੱਤੇ ਕੁਹਾੜੀ ਮਾਰੀ ਹੈ। ਜਿਹੜੀ ਕਾਂਗਰਸ ਪਾਰਟੀ ਹੈ, ਉਸ ਦੇ ਵਿੱਚ ਬਹੁਤ ਸਾਰੇ ਲੋਕ, ਤਾਂ ਮੈਨੂੰ ਐਂ ਲੱਗਦਾ ਹੈ, ਦੇਖੋ ਹੁਣ ਤਕਰੀਬਨ 100 ਆਦਮੀ ਤਾਂ ਇਹਨਾਂ ਦੇ ਉਹੀ MP ਕਾਂਗਰਸ ਦੇ ਵਿੱਚ ਸੀ, ਜਿਹੜੇ BJP 'ਚ ਬਣੇ ਬੈਠੇ। ਉਹਨਾਂ ਦੇ ਵਿੱਚ ਜਿਹੜੀ ਸੀ ਨਾ ਅੰਦਰ ਦੀ ਫਿਰਕਾ ਪ੍ਰਸਤੀ, ਜਿਹੜੀ ਬੁਰਕਾ ਪਾ ਕੇ ਪਹਿਲਾਂ ਇਹ ਕਰਦੇ ਹੁੰਦੇ ਸੀਗੇ, ਉਹਨਾਂ ਨੂੰ ਲੱਗਦਾ ਸੀ ਖੁੱਲ੍ਹੇਆਮ ਕਰ ਸਕਦੇ ਹਾਂ, ਤੇ ਵਾਈ ਨਾਟ ਹੇਅਰ, ਜਿੱਥੇ ਇਸ ਦਾ ਮੁੱਲ ਪੈਂਦਾ। ਤੇ ਜਿਹੜੇ ਉਹ ਕਾਂਗਰਸੀ ਸਨ, ਬੁਰਕਾ ਪਾ ਕੇ ਕਰਨ ਵਾਲੇ, ਉਹਨਾਂ ਨੂੰ ਹੁਣ ਸੋਚਦਾ ਨਹੀਂ ਵੀ ਉਹ ਕਿਹੜੇ ਪਾਸੇ ਜਾਣ, ਕਿਉਂਕਿ ਉਹਨਾਂ ਨਾਲੋਂ ਵੱਡੀ ਪਾਰਟੀ ਇੰਦਰਾ ਗਾਂਧੀ ਨੇ ਇੱਕ ਵਾਰੀ, ਆਪਣੇ ਤਿਵਾੜੀ ਸਾਹਿਬ ਹੁੰਦੇ ਸੀਗੇ, ਡਾਕਟਰ ਤਿਵਾੜੀ, ਜਿਹੜੇ ਇੱਥੇ ਪੰਜਾਬੀ ਯੂਨੀਵਰਸਿਟੀ ਪੜ੍ਹਾਉਂਦੇ ਸੀਗੇ, ਉਹ ਮੇਰੇ ਦੋਸਤ ਸਨ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕਰੋ, ਜਿਸ ਵੇਲੇ ਚੱਲ ਰਿਹਾ ਸੀ ਮਸਲਾ 83 ਦੀ ਗੱਲ ਹੈ। ਤੇ ਮੈਂ ਉਹਨਾਂ ਨੂੰ ਕਿਹਾ, ਜੀ ਪ੍ਰਾਈਮ ਮਿਨਿਸਟਰ ਤਾਂ ਕਦੇ ਤਾਂ ਉਹ ਉੱਥੇ ਜਵਾਲਾ ਜੀ ਪਹੁੰਚ ਜਾਂਦੀ ਹੈ ਲਾਲ ਦੁਸ਼ਾਲਾ ਲੈ ਕੇ, ਕਦੇ ਉਹ ਮੰਦਰਾਂ ਦੇ ਵਿੱਚ ਦਰਸ਼ਨ ਕਰਨ ਪਹੁੰਚ ਜਾਂਦੀ ਹੈ। ਇਹ ਤਾਂ ਆਪ ਉਸ ਰਾਹ ਦੇ ਉੱਤੇ ਤੁਰੇ ਹੋਏ ਆ, ਜਿਹੜੇ ਰਾਹ ਦੇ ਉੱਤੇ ਦੁਸ਼ਵਾਰੀਆਂ, ਜਿਸ ਦੇ ਕਰਕੇ ਅਸੀਂ 5000 ਸਾਲ ਗੁਲਾਮ ਰਹੇ ਹਾਂ। ਹਿੰਦੂ ਧਰਮ ਦਾ ਜਿਹੜਾ ਇਤਿਹਾਸ ਹੈ ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ, ਹਾਰਾਂ ਦਾ ਇਤਿਹਾਸ ਹੈ। ਇਹਨਾਂ ਨੇ ਕਦੇ ਕੋਈ ਲੜਾਈ ਨਹੀਂ ਜਿੱਤੀ, ਇਹ ਕਿਸੇ ਦਾ ਮੁਕਾਬਲਾ ਨਹੀਂ ਕੀਤਾ। ਇਹਨਾਂ ਨੇ 2 ਜਹਾਜ਼ ਲੈ ਕੇ ਵਾਸਕੋ ਡਗਾਮਾ ਆਇਆ, ਇਹਦੇ ਗੁਲਾਮ ਬਣ ਗਏ। 2 ਜਹਾਜ਼ ਲੈ ਕੇ ਮੁਹੰਮਦ ਬਿਨ ਕਾਸਮ ਆਇਆ, ਇਹਨਾਂ ਨੇ ਸਾਰੀ ਸਿੰਧ ਉਹਦੇ ਹਵਾਲੇ ਕਰਤੀ। ਉਹ ਦਾਹਿਰ ਨੇ ਆ ਕੇ ਉੱਥੇ ਸਮਰਪਣ ਕਰਤਾ। 17 ਆਦਮੀ ਲੈ ਕੇ ਬਖਤਿਆਰ ਖਿਲਜੀ ਗਿਆ, ਤੇ ਉਸਨੇ ਜਾ ਕੇ ਉਹ ਜਿਹੜੀ ਉੱਥੇ ਬੰਗਾਲ ਦੀ ਸਰਕਾਰ ਸੀ, ਉਸ ਨੂੰ ਢਾਹ ਲਿਆ, ਤੇ
ਕਿਲੇ ਉੱਤੇ ਕਬਜ਼ਾ ਕਰ ਲਿਆ ਤੇ ਬੰਗਾਲ ਦਾ ਕੌਂਕਸ ਦਾ ਰਾਹ ਖੋਲ੍ਹ ਲਿਆ। ਯਾਨੀ ਇਹ ਦੱਸਣ ਦਾ ਸਹੀ ਵੀ ਇਹਨਾਂ ਕੋਲੇ ਹੈ ਕੀ, ਇਹ ਕੀ ਕਰਨ ਦੇ ਯੋਗ ਹਨਗੇ। ਹਿੰਦੂ ਰਾਸ਼ਟਰ ਬਣਾ ਲੈਣਗੇ, ਫਿਰ ਹਿੰਦੂ ਰਾਸ਼ਟਰ ਨੂੰ ਡਿਫੈਂਡ ਕਿਵੇਂ ਕਰਨਗੇ? ਇਹਨਾਂ ਦੇ ਕੋਲੇ ਹੈ ਸ਼ਕਤੀ? ਇਹ ਸਮਝਦੇ ਆ ਵੀ ਤੋਪਾਂ ਲੜਦੀਆਂ ਤੇ ਇਹਦੇ ਨਾਲ ਜਿਹੜੇ ਉਪਕਰਨ ਹੁੰਦੇ ਆ ਤੇ ਜਿਹੜੀਆਂ ਟੱਚ ਬਟਨ ਕਰਕੇ ਤੇ ਇਹ ਚਾਈਨਾ ਨੂੰ ਹਰਾ ਦੇਣਗੇ। ਇਸ ਤਰ੍ਹਾਂ ਨਹੀਂ ਹੁੰਦਾ। ਉੱਥੇ ਜਾ ਕੇ ਬੰਦਾ ਲੜਦਾ ਹੈ, ਉਹ ਉਸ ਬੰਦੇ ਦੇ ਵਿੱਚ ਕੋਈ ਸਪਿਰਿਟ ਚਾਹੀਦੀ ਹੈ ਲੜਨ ਦੀ, ਕੋਈ ਮੁਲਕ ਨੂੰ ਡਿਫੈਂਡ ਕਰਨ ਦੀ ਸਪਿਰਿਟ ਚਾਹੀਦੀ, ਜਿਹੜੀ ਸਾਡੇ ਵਿੱਚ ਹੈ, ਇਹਨਾਂ ਦੇ ਵਿੱਚ ਹੈ ਨਹੀਂ। ਇੱਕ ਖਾਮਖਾ 5000 ਸਾਲ ਦੀ ਗੁਲਾਮੀ ਹੋਰ ਛੇੜਨ ਵਾਸਤੇ ਤੁਰੇ ਹੋਏ ਨੇ। ਹੁਣ ਇਹ ਜਿਹੜੀਆਂ ਗੱਲਾਂ ਹਨਗੀਆਂ ਇਹ ਸਾਨੂੰ ਸਾਹਮਣੇ ਲਿਆਉਣੀਆਂ ਚਾਹੀਦੀਆਂ। ਇਹ ਕਾਂਗਰਸ ਦੀ ਗੱਲ ਨਹੀਂ, ਇਹ ਅਕਾਲੀਆਂ ਦੀ ਗੱਲ ਨਹੀਂ, ਇਹ ਸਾਡੀ ਆਪਣੀ ਵੀ ਹੈ। ਅਸੀਂ ਇਸ ਦੇਸ਼ ਦੇ ਸ਼ਹਿਰੀ ਹਾਂ, ਅਸੀਂ ਇਸ ਦੇਸ਼ ਦੇ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ। ਅਸੀਂ ਇਹਦੀ ਇੰਚ ਦੇ ਉੱਤੇ ਖੂਨ ਡੋਲਿਆ ਤੇ ਇਹ ਸਾਨੂੰ ਕੀ ਦੱਸਣਗੇ ਕੀ ਦੇਸ਼ ਭਗਤੀ ਦੀ ਕੀ ਗੱਲ ਹੁੰਦੀ ਹੈ? ਇਹ ਕਾਸ ਦੇ ਜੋਗੇ ਨੇ। ਇਹ ਜਿੱਥੇ ਵੀ ਕਣਕ ਪੈਦਾ ਹੁੰਦੀ ਹੈ ਉੱਥੇ ਸਿੱਖ ਪੈਦਾ ਕਰ ਰਹੇ ਆ। ਕੈਲੀਫੋਰਨੀਆ 'ਚ ਲੈ ਲਓ, ਆਸਟ੍ਰੇਲੀਆ 'ਚ ਲੈ ਲਓ, ਇੱਥੇ ਮੱਧ ਪ੍ਰਦੇਸ਼ ਵਿੱਚ ਲੈ ਲਓ, ਤਰਾਈ 'ਚ ਲੈ ਲਓ, ਪੰਜਾਬ 'ਚ ਲੈ ਲਓ, ਰਾਜਸਥਾਨ 'ਚ ਲੈ ਲਓ। ਇਹ ਸਾਰੀ ਕਣਕ ਦੇ ਉੱਤੇ ਹੁਣ ਐਤਕੀ ਵਾਰੀ ਯੂਕਰੇਨ ਦੇ ਵਿੱਚ ਥੋੜ੍ਹਾ ਜਿਹਾ ਗੜਬੜ ਹੋਈ ਤੇ ਸਾਰੀ ਦੁਨੀਆ ਦੀ ਖੁਰਾਕ ਸਥਿਤੀ ਡਾਵਾਂਡੋਲ ਨਹੀਂ। ਇਹ ਸਾਨੂੰ ਕਦੇ ਕ੍ਰੈਡਿਟ ਹੀ ਨਹੀਂ ਦਿੰਦੇ ਕਿਸ ਚੀਜ਼ ਦਾ। ਬਹੁਤ ਸ਼ੁਕਰੀਆ ਸਰ। ਸਰ ਗੁਰਤੇਜ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਪੰਜਾਬ ਦੇ ਵਿੱਚ ਜਿਹੜੀ ਇਹ ਅਸਥਿਰਤਾ ਪੈਦਾ ਕੀਤੀ ਜਾਂਦੀ ਹੈ ਇਹਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ। ਬੜੇ ਬੇਬਾਕੀ ਦੇ ਨਾਲ ਉਹਨਾਂ ਨੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਅੱਜ ਦੀਆਂ ਨਹੀਂ, ਅੱਜ ਤੋਂ 75 ਸਾਲ ਪਹਿਲਾਂ ਹੀ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਆਰੰਭ ਦਿੱਤੀਆਂ ਗਈਆਂ ਸੀਗੀਆਂ ਕਿ ਇਸ ਤਰੀਕੇ ਨਾਲ ਇਸ ਖਿੱਤੇ ਨੂੰ, ਕਿਸ ਤਰੀਕੇ ਨਾਲ ਇੱਥੋਂ ਦੇ ਲੋਕਾਂ ਨੂੰ ਦਬਾਉਣ ਦੀ, ਕੁਚਲਣ ਦੀ ਤੇ ਦੱਬਣ ਦੀ ਕੋਸ਼ਿਸ਼ ਹੁੰਦੀ ਰਹੀ ਹੈ ਧਰਮਾਂ ਦੇ ਵਿੱਚ ਤੇ ਜਾਤੀਆਂ ਦੇ ਵਿੱਚ ਵੰਡ ਕੇ। ਫਿਲਹਾਲ ਸਮਝਣਾ ਪਵੇਗਾ ਕਿ ਜਿਹੜੀਆਂ ਪੰਜਾਬ ਦੇ ਵਿੱਚ ਵੱਖ-ਵੱਖ ਇਸ ਵੇਲੇ ਸਿਆਸੀ ਧਿਰਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਤੇ ਪੰਜਾਬ ਦੇ ਜਿਹੜੇ ਵੱਖ-ਵੱਖ ਲੋਕ ਇਸ ਵੇਲੇ ਵਿਚਰ ਰਹੇ ਨੇ ਉਹਨਾਂ ਦੀ ਸੋਚ ਕਿਹੋ ਜਿਹੀ ਬਣੀ ਹੋਈ ਹੈ, ਕਿਸ ਤਰੀਕੇ ਨਾਲ ਜਿਹੜੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਉਹ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਭਰਮ ਪੈਦਾ ਕਰਕੇ ਮਾਹੌਲ ਨੂੰ ਖਰਾਬ ਕਰ ਰਹੀਆਂ ਨੇ। ਤੇ ਇੱਥੇ ਕਹਿੰਦੇ ਕਿ ਸਿੱਖਾਂ ਦਾ ਉਹੀ ਫਰਜ਼ ਬਣਦਾ ਕਿ ਜਿਹੜਾ ਸਾਨੂੰ ਗੁਰੂ ਸਾਹਿਬਾਨਾਂ ਨੇ ਦਿੱਤਾ ਸੀਗਾ ਕਿ ਅਸੀਂ ਆਪਣੇ ਸ਼ਬਦ ਗੁਰੂ ਨਾਲ ਜੁੜੀਏ ਤੇ ਜਿਹੜੀ ਸਾਨੂੰ ਇੱਕ ਮਾਨਵਤਾ ਦੀ ਸੇਵਾ ਤੇ ਮਾਨਵਤਾ ਦੇ ਵਿੱਚ ਫਰਕ ਨਾ ਕਰਨ ਦੀ ਜਿਹੜੀ ਇੱਕ ਭਾਵ ਦਿੱਤਾ ਗਿਆ ਸੀਗਾ ਉੱਤੇ ਕੰਮ ਕਰੀਏ ਤੇ ਆਪਣੇ ਹੱਕਾਂ ਦੇ ਲਈ ਤੇ ਮਜਲੂਮਾਂ ਦੇ ਲਈ ਖੜੀਏ, ਤਾਂ ਹੀ ਸਾਡਾ ਭਲਾ ਹੋ ਸਕਦਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।